ਸ਼ਮਾਦਾਨ। ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਮੈਂ ਸਵਰਨ ਸਿੰਘ ਦਾਨੇਵਾਲੀਆ ਇਸ ਵਕਤ ਤੁਹਾਡੇ ਨਾਲ ਬਠਿੰਡਾ ਸਟੂਡੀਓ ਤੋਂ ਲਾਈਵ ਹੈ। ਅੱਜ ਦਿਨ ਹੈ ਜੀ ਵੀਰਵਾਰ, ਤਰੀਕ ਹੈ 16 ਅਪ੍ਰੈਲ, ਸ਼ਾਮ ਦੇ 5:31 ਹੋਏ ਨੇ। ਮੇਰੇ ਅਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਵੱਲੋਂ ਤੁਸੀਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਬੂਲ ਕਰੋ। ਸੋ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਕੁਛ ਅਹਿਮ ਖਬਰਾਂ ਤੋਂ, ਅਤੇ ਫਿਰ ਸਰਦਾਰ ਢਿੱਲੋਂ ਹੋਰਾਂ ਦੇ ਨਾਲ ਆਪਾਂ ਚਰਚਾ ਕਰਾਂਗੇ। ਜਲੰਧਰ ਜ਼ਿਲ੍ਹੇ ਦੇ ਵਿੱਚ ਕੋਆਪਰੇਟਿਵ ਸੁਸਾਇਟੀਆਂ ਜਿਨ੍ਹਾਂ ਤੋਂ ਕਿਸਾਨਾਂ ਨੇ ਖਾਦ ਬੀਜ ਵਗੈਰਾ ਲੈਣੇ ਹੁੰਦੇ ਨੇ, ਸਵੇਰੇ 9 ਵਜੇ ਤੋਂ ਸ਼ਾਮ ਨੂੰ 5 ਵਜੇ ਤੱਕ ਖੁੱਲ੍ਹਣਗੀਆਂ। ਸ਼ਾਹਕੋਟ ਦੇ ਨਜ਼ਦੀਕ ਪਿੰਡ ਕੋਟਲਾ ਸੂਰਜਮਲ ਦੀ ਮ੍ਰਿਤਕ ਲੜਕੀ ਮਨਪ੍ਰੀਤ ਕੌਰ ਤੇ ਕਰੋਨਾ ਵਾਇਰਸ ਦੇ ਸ਼ੱਕ ਕਾਰਨ ਸਿਹਤ ਵਿਭਾਗ ਵੱਲੋਂ ਲਏ ਸੈਂਪਲ ਲਏ ਗਏ ਸਨ। ਰਿਪੋਰਟ ਅੱਜ ਨੈਗੇਟਿਵ ਆਈ ਹੈ। ਜਾਣਕਾਰੀ ਲਈ ਦੱਸਦੀ ਹੈ ਕਿ ਪਹਿਲਾਂ ਇਸ ਲੜਕੀ ਨੂੰ ਕਰੋਨਾ ਨਾਲ ਡੈਥ ਜਿਹੜੀ ਹੈ ਇਹਦੀ ਦੱਸੀ ਗਈ ਸੀ, ਪਰ ਲੜਕੀ ਕਿਉਂਕਿ ਸ਼ੂਗਰ ਦੀ ਮਰੀਜ਼ ਸੀਗੀ ਉਸ ਕਰਕੇ ਇਹਦੀ ਡੈਥ ਹੋਈ ਸੀਗੀ। ਸਾਰੇ ਪਰਿਵਾਰਕ ਮੈਂਬਰਾਂ ਦੇ ਵੀ ਟੈਸਟ ਨੈਗੇਟਿਵ ਆਏ ਨੇ। ਮਾਲਪੁਰ ਸ਼ਹਿਰ 'ਚ ਵਿਆਹ ਕਰਵਾ ਕੇ ਘਰ ਪਰਤ ਰਿਹਾ ਲਾੜਾ ਤੇ ਉਸਦੀ ਨਵਵਿਆਹੀ ਪਤਨੀ ਸਮੇਤ 5 ਵਿਅਕਤੀ ਸੜਕ ਹਾਦਸੇ ਜ਼ਖਮੀ ਹੋ ਗਏ ਨੇ। ਸਾਰਿਆਂ ਨੂੰ ਸਿਵਲ ਹਸਪਤਾਲ ਮਹਿਲਪੁਰ ਲਿਆਂਦਾ ਗਿਆ, ਜਿੱਥੇ ਲਾੜੇ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ। ਮਹਿਲਪੁਰ ਪੁਲਿਸ ਨੇ ਵਾਹਨ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਜਿੱਥੇ ਕਰੋਨਾ ਵਾਇਰਸ ਮਹਾਮਾਰੀ ਖਿਲਾਫ ਜੰਗ ਲੜੀ ਜਾ ਰਹੀ ਹੈ, ਉੱਥੇ ਹੀ ਸੁਚਾਰੂ ਢੰਗ ਨਾਲ ਜ਼ਰੂਰੀ ਸਿਹਤ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਇਹ ਜਿੰਨਾ ਵੀ ਹੈ ਜੱਚਾ ਬੱਚਾ ਜਾਂ ਹੋਰ ਬੱਚੇ ਨੇ ਉਹਨਾਂ ਦਾ ਧਿਆਨ ਰੱਖਿਆ ਜਾਏਗਾ। ਇਸੇ ਤਰ੍ਹਾਂ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਇਹ ਵੀ ਕਿਹਾ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ, ਜਿਵੇਂ ਖਾਸ ਕਰਕੇ ਤਪਾ ਦੇ ਵਿੱਚ, ਪਿਛਲੇ ਸਮੇਂ ਦੌਰਾਨ 37 ਨਵੇਂ ਬੱਚਿਆਂ ਨੇ ਜਨਮ ਲਿਆ ਤੇ ਉੱਥੇ ਹੀ ਰਾਜ ਚੰਗੀਆਂ ਸੇਵਾਵਾਂ ਦੇਣ ਤੇ ਲੋਕ ਹਿੱਤ ਨੂੰ ਮੁੱਖਦੇ ਰਹੇ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਇੱਕ ਅਹਿਮ ਕਦਮ ਚੁੱਕਿਆ, ਜਿਸ ਦਾ ਜਲੰਧਰ ਦੇ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਦਾ ਮੈਡੀਕਲ ਸੁਪਰੀਡੈਂਟ ਡਾਕਟਰ ਮਨਦੀਪ ਕੌਰ ਮਾਂਕੜ ਦਾ ਤਬਾਦਲਾ ਬਤੌਰ ਡਿਪਟੀ ਡਾਇਰੈਕਟਰ ਮੁੱਖ ਦਫ਼ਤਰ ਪੰਜਾਬ ਵਿਖੇ ਕਰ ਦਿੱਤਾ। ਸਰਦਾਰ ਢਿੱਲੋਂ ਦੇ ਨਾਲ ਚਰਚਾ ਅੱਗੇ ਵਧਾਈਏ। ਕੁਛ ਲਾਕਡਾਊਨ ਦੀਆਂ ਹਦਾਇਤਾਂ ਆਈਆਂ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਲਾਕਡਾਊਨ ਦੀਆਂ ਕਾਫੀ ਹਦਾਇਤਾਂ ਹੋਰ ਸਾਹਮਣੇ ਆ ਰਹੀਆਂ, ਕੀ ਹਦਾਇਤਾਂ? ਬਿਲਕੁਲ ਜੀ, ਲਾਕਡਾਊਨ ਬਾਰੇ ਜਦੋਂ ਉਹਦਾ ਸੈਕੰਡ ਫੇਜ਼ ਜਾਂ ਦੂਜਾ ਪੜਾਅ ਸ਼ੁਰੂ ਕੀਤਾ ਪ੍ਰਧਾਨ ਮੰਤਰੀ ਸਾਹਿਬ ਨੇ ਜੀ ਦੇਸ਼ ਨੂੰ ਐਡਰੈਸ ਕੀਤਾ ਸੀ, ਉਸ ਵੇਲੇ ਉਹਨਾਂ ਨੇ ਕਿਹਾ ਸੀਗਾ ਜੀ ਇਹ 3 ਮਈ ਤੱਕ ਰੱਖਣਾ ਜ਼ਰੂਰੀ ਹੈ ਕਿਉਂਕਿ ਅਸੀਂ ਕਰੋਨਾ ਦਾ ਮੁਕਾਬਲਾ ਕਰਨਾ ਜੀ। ਲੇਕਿਨ ਨਾਲ ਹੀ ਉਹਨਾਂ ਨੇ ਕਹਿ ਦਿੱਤਾ ਸੀ ਕਿ ਕੁਝ ਜਿਹੜੀਆਂ ਹੈਗੀਆਂ ਗਾਈਡਲਾਈਨਸ ਉਹ ਜਾਰੀ ਕੀਤੀਆਂ ਜਾਣਗੀਆਂ। ਗਾਈਡਲਾਈਨਸ ਦੇ ਰੂਪ ਦੇ ਵਿੱਚ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਭਾਰਤ ਸਰਕਾਰ ਵੱਲੋਂ ਜੀ, ਉਹ ਨੋਟੀਫਾਈ ਕੀਤੀਆਂ, ਹੁਣ ਉਹ ਅਖਬਾਰਾਂ ਦੇ ਵਿੱਚ ਆ ਚੁੱਕੀਆਂ। ਉਹਦੇ ਮੁਤਾਬਕ ਬਹੁਤ ਸਾਰੀਆਂ ਚੀਜ਼ਾਂ ਤਾਂ ਉਹ ਹੈ ਜਿਹੜੀਆਂ ਪਹਿਲਾਂ ਹੀ ਆਪਾਂ ਡਿਸਕਸ ਕਰ ਸਕਦੇ ਹਾਂ, ਕੀਤੀਆਂ ਹੋਈਆਂ ਕਿ ਜ਼ਰੂਰੀ ਹੈ। ਇਹ ਹੁਣ ਪਹਿਲੀ ਵਾਰ ਕੀਤਾ ਦੇਸ਼ ਦੇ ਵਿੱਚ ਕਿ ਹਰ ਵਿਅਕਤੀ ਜਦੋਂ ਘਰੋਂ ਬਾਹਰ ਨਿਕਲੂਗਾ ਉਹਦੇ ਮੂੰਹ ਦੇ ਉੱਤੇ, ਉਹਦੇ ਨੱਕ ਦੇ ਉੱਤੇ ਘੱਟੋ ਘੱਟ ਮਾਸਕ ਜ਼ਰੂਰ ਹੋਵੇ। ਇਹ ਸਾਰੇ ਦੇਸ਼ ਦੇ ਵਿੱਚ ਇਹ ਕਰ ਦਿੱਤਾ ਹੈ। ਇਹ ਬੜਾ ਵਧੀਆ ਜੀ। ਹਾਂ, ਜੇ ਮਾਸਕ ਨਹੀਂ ਤਾਂ ਮਾਸਕ ਦੀ ਕੋਈ ਲੋੜ ਵੀ ਨਹੀਂ ਹੈ ਕਿ ਤੁਸੀਂ ਬਾਜ਼ਾਰ 'ਚੋਂ ਲਓ, ਕੁਛ ਵੀ ਲਓ, ਤੁਸੀਂ ਆਪਣਾ ਜਿਹੜਾ ਪਟਕਾ ਹੁੰਦਾ ਹੈ ਮੂੰਹ ਮੰਨੋ ਕਹਿੰਦੇ ਜਾਂ ਜਿਹੜਾ ਦੁਪੱਟਾ ਹੁੰਦਾ ਪੁਰਾਣੇ ਜ਼ਮਾਨੇ 'ਚ, ਜਿਵੇਂ ਆਪਾਂ ਦੁਪੱਟਾ ਜਿਸ ਵੇਲੇ ਮੜਾਸਾ ਮਾਰਦੇ ਸੀ, ਜਾਂ ਕਈ ਵਾਰੀ ਆਪਾਂ ਕਣਕਾਂ ਵਗੈਰਾ ਕੱਢਣ ਵੇਲੇ, ਹਾਂ ਨਹੀਂ ਉਹ ਤਾਂ ਮੜਾਸਾ ਤਾਂ ਕੱਢਣ ਵਾਲੇ ਮਾਰਦੇ ਸੀ, ਜਿਹੜੇ ਕੋਲ ਦੀ ਲੰਘਦੇ ਹੁੰਦੇ ਸੀ ਉਹਨਾਂ ਨੂੰ ਚੜ੍ਹ ਜਾਂਦਾ ਸੀ, ਜਿਹੜੀ ਆ ਫੱਕ ਚੜ੍ਹਦੀ ਸੀ, ਫੱਕ ਚੜ੍ਹਨ ਤੋਂ ਆਪਾਂ ਬੰਨ੍ਹ ਲੈਂਦੇ ਸੀ। ਉਸ ਤਰ੍ਹਾਂ ਬੰਨ੍ਹਿਆ ਜਾ ਸਕਦਾ ਹੈ। ਔਰ ਇਹਦਾ ਪ੍ਰਗਟਾਵਾ ਵੀ ਖੁਦ ਪ੍ਰਧਾਨ ਮੰਤਰੀ ਸਾਹਿਬ ਨੇ ਆਪ, ਜਿੱਦੇ ਉਹਨਾਂ ਨੇ ਪਹਿਲੀ ਵਾਰੀ ਵੀਡੀਓ ਕਾਨਫਰੰਸਿੰਗ ਕੀਤੀ ਹੈ, ਵੀਡੀਓ ਮੀਟਿੰਗ ਕੀਤੀ ਹੈ, ਉਸ ਵੇਲੇ ਉਹਨਾਂ ਨੇ ਵੀ ਆਪਣੇ ਮੂੰਹ ਦੇ ਉੱਤੇ ਉਹ ਬੰਨਿਆ ਹੋਇਆ ਸੀ। ਸੋ ਪੈਸਾ ਲਾਉਣ ਦੀ ਕੋਈ ਲੋੜ ਨਹੀਂ, ਇਹ ਕੰਮ ਘਰੇ ਹੀ ਸਰ ਸਕਦਾ ਹੈ। ਪੁਰਾਣੇ ਖੱਦਰ ਦੇ ਕੱਪੜੇ ਹੋਰਾਂ ਨਾਲ ਸ਼ਾਮ ਨੂੰ ਤੁਸੀਂ ਮਤਲਬ ਜਿਹੜਾ ਹੈਗਾ ਧੋ ਕੇ ਰੱਖ ਦਿਓ। ਆਮ ਤੌਰ ਦੇ ਉੱਤੇ ਜਿਹੜੇ ਸਾਡੇ ਕੋਲੇ ਮਾਸਕ, ਸਾਨੂੰ ਮਹਿੰਗੇ ਮਾਸਕ ਮਿਲਦੇ ਹੈ, ਇਹਨਾਂ ਮਾਸਕਾਂ ਦੀ ਹਾਲਤ ਹੈ ਕਿ ਇਹਦੀ ਲੇਅਰ ਜਿਹੜੀ ਹੈ ਸਿੰਗਲ ਹੁੰਦੀ ਹੈ। ਮੈਨੂੰ ਇੱਕ ਬੰਦੇ ਨੇ ਬੜਾ ਦਿਖਾਇਆ ਸੀਗਾ, ਜਿਹੜੇ 3M ਵਰਗੇ ਵੱਡੇ ਕੋਈ ਵਾਹਵਾ ਮਹਿੰਗੇ ਨੇ ਨਾ, ਉਹੀ ਮਾਸਕ ਜਿਹੜੇ ਪ੍ਰੋਪਰ ਅੰਦਰਲੀ ਵਾੜ ਜਾਂ ਅੰਦਰਲਾ ਥੁੱਕ ਬਾਹਰ ਨਹੀਂ ਕੱਢਦੇ, ਬਾਕੀ ਤਾਂ ਥੋੜਾ ਮੋਟਾ ਕੱਢਦੇ। ਚਲੋ ਇੰਨੇ ਨਾਲ ਬਾਹਲਾ ਹੈਗਾ ਕਿ ਕੁਛ ਨਾ ਕੁਛ ਤਾਂ ਬਚਾਅ ਹੋਊਗਾ ਹੀ। ਹਾਂਜੀ, ਅਗਲੀ ਗੱਲ ਜਿਹੜੀ ਹੈ ਜੀ, ਉਹ ਉਹਨਾਂ ਨੇ ਗੱਲ ਕਹੀ ਹੈ ਕਿ ਪੇਂਡੂ ਇੰਡਸਟਰੀ ਜਿਹੜੀ ਹੈਗੀ ਹੈ, ਪੇਂਡੂ ਸਨਅਤ ਜਿਹੜੀ ਹੈ ਉਹ ਖੇਤੀਬਾੜੀ ਨਾਲ ਆਧਾਰਿਤ ਹੈ। ਇਹ 20 ਅਪ੍ਰੈਲ ਤੱਕ ਮਤਲਬ ਜਿਹੜੀਆਂ ਹੈਗੀਆਂ ਇਹਦੀਆਂ ਜਿੰਨੀਆਂ ਵੀ ਤੁਹਾਡੀਆਂ ਇਕਾਈਆਂ ਉਹ ਚੱਲ ਪੈਣਗੀਆਂ, ਭਾਵ ਖੇਤੀਬਾੜੀ ਨੂੰ ਖੁੱਲ੍ਹ
ਜੀ ਖੇਤੀਬਾੜੀ ਕਿਸਾਨ ਤੇ ਖੇਤ ਮਜ਼ਦੂਰ ਜਿਨ੍ਹਾਂ ਨੇ ਉੱਥੇ ਕੰਮ ਕਰਨਾ ਉਹਨਾਂ ਨੂੰ ਖੁੱਲ। ਖੇਤੀਬਾੜੀ ਨਾਲ ਸੰਬੰਧਿਤ ਮਸ਼ੀਨਰੀ ਜੀ ਜਿੰਨੀ ਵੀ ਹੈ ਮਸ਼ੀਨਰੀ ਦੇ ਵਿੱਚ ਹਲਪ ਵੀ ਆ ਜਾਂਦੀ ਹੈ, ਕਲਟੀਵੇਟ ਵੈਲਡਿੰਗਾਂ ਵਗੈਰਾ ਵੈਲਡਿੰਗ ਵੀ ਆਉਂਦਾ ਹੈ, ਕਿਉਂਕਿ ਕੰਬਾਈਨਾਂ ਵਗੈਰਾ ਉਹਨਾਂ ਦੀ ਵੈਲਡਿੰਗ ਵਾਸਤੇ ਬਹੁਤ ਜ਼ਰੂਰੀ ਹੈ। ਇਹ ਕੰਮ ਵੀ ਖੁੱਲ੍ਹਾ। ਖੇਤੀਬਾੜੀ ਨਾਲ ਸੰਬੰਧਿਤ ਜਿਵੇਂ ਕੀਟਨਾਸ਼ਕ ਦਵਾਈਆਂ, ਖਾਦਾਂ ਹੈ, ਆ ਤੁਸੀਂ ਖਬਰ ਪੜ੍ਹ ਹੀ ਰਹੇ ਸੀ, ਹੁਣ ਦੱਸ ਰਹੇ ਸੀ ਵੀ ਜਲੰਧਰ ਦੇ ਵਿੱਚ ਸ਼ੁਰੂ ਕਰਤੀ ਹੈ ਖਾਦਾਂ ਹੈ, ਕੀਟਨਾਸ਼ਕ ਹੈ, ਤੁਹਾਡੇ ਬੀਜ ਵਗੈਰਾ ਹੈ, ਉਹ ਦੁਕਾਨਾਂ ਵੀ ਉਹ ਖੁੱਲ੍ਹਣਗੀਆਂ, ਉੱਥੋਂ ਲੈ ਸਕਦੇ ਹੈ। ਲੇਕਿਨ ਜਿਹੜੇ ਹੈਗੇ ਕੁਛ ਪਾਬੰਦੀਆਂ ਵੀ ਲੱਗੀਆਂ ਹੋਈਆਂ। ਪਾਬੰਦੀਆਂ ਦੇ ਵਿੱਚ ਜਿਹੜੀ ਹੈ ਜਨਤਕ ਟਰਾਂਸਪੋਰਟ, ਜਿਹਦੇ ਉੱਤੇ ਅਸੀਂ ਸਫ਼ਰ ਕਰ ਸਕਦੇ ਹਾਂ, ਭਾਵ ਬੱਸਾਂ, ਟੈਕਸੀਆਂ ਵਗੈਰਾ, ਇਹ 3 ਮਈ ਤੱਕ ਬੰਦ ਰਹੂਗੀ। ਇਹ ਬੰਦ ਰਹੇਗੀ, ਜਨਤਕ ਟਰਾਂਸਪੋਰਟ ਬੰਦ ਰਹੂਗੀ। ਲੇਕਿਨ ਜਿਹੜੀ ਢੋਆ ਢੁਆਈ ਵਾਲੀ ਟਰਾਂਸਪੋਰਟ ਹੈ, ਇੱਕ ਰਾਜ ਤੋਂ ਦੂਜੇ ਰਾਜ ਦੇ ਵਿੱਚ ਜਿਹੜਾ ਸਮਾਨ ਲੈ ਕੇ ਆਉਣਾ ਉਹ ਚੱਲੂਗੀ। ਉਹਨੂੰ ਪਰਮਿਸ਼ਨ ਦਿੱਤੀ ਅੱਗੇ ਟਰੱਕ ਟਰਾਂਸਪੋਰਟ ਚੱਲ ਮਤਲਬ ਹਾਂ ਲੱਗੇ ਜਿਹੜੀ ਹੈਗੀ ਹੈ, ਜਿਹੜੀ ਢੋਆ ਢੁਆਈ ਵਾਲੀਆਂ ਗੱਡੀਆਂ ਉਹ ਚੱਲਣਗੀਆਂ। ਪਹਿਲਾਂ ਪ੍ਰੋਬਲਮ ਇਹ ਸੀ ਕਿ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ 'ਚ ਨਹੀਂ ਵੜ ਸਕਦੀ ਸੀ, ਫਿਰ ਸਟੇਟ ਤੋਂ ਸਟੇਟ 'ਚ ਨਹੀਂ ਵੜ ਸਕਦੀ ਸੀ। ਹੁਣ ਕੇਂਦਰ ਨੇ ਕਹਿਤਾ ਵੀ ਅਸੀਂ 20 ਤਾਰੀਖ ਤੋਂ ਇਹ ਖੁੱਲ੍ਹ ਦੇ ਦਿਆਂਗੇ, 20 ਤਾਰੀਖ ਤੋਂ ਉਹ ਵੀ ਚੱਲਣਗੀਆਂ। ਨਾਲ ਹੀ ਜਿਹੜੀਆਂ ਉਡਾਣਾਂ, ਹਵਾਈ ਜਹਾਜ਼ਾਂ ਦੀਆਂ ਉਡਾਣਾਂ, ਰੇਲ ਗੱਡੀਆਂ, ਇਹ ਬੰਦ ਰਹਿਣਗੀਆਂ। ਬੰਦੇ ਦੀ ਤੋਰਾ ਫੇਰਾ ਬੰਦ ਹੈ। ਅਗਲੀ ਗੱਲ ਇਹ ਹੈ ਕਿ ਜ਼ਿਲ੍ਹੇ ਤੋਂ ਜ਼ਿਲ੍ਹੇ ਦੇ ਵਿੱਚ ਜਿਹੜੀ ਐਂਟਰੀ ਹੈ, ਫਰਜ਼ ਕਰੋ ਅਸੀਂ ਬਠਿੰਡੇ ਤੋਂ ਫਰੀਦਕੋਟ ਜਾਣਾ ਹੋਵੇ, ਸਾਡੀ ਐਂਟਰੀ ਬੈਨ ਹੈ। ਜੇ ਅਸੀਂ ਬਠਿੰਡੇ ਤੋਂ ਮਾਨਸਾ ਜਾਣਾ ਹੋਵੇ, ਉਹ ਬੈਨ ਹੈ। ਇਹ ਵੀ ਜਿਹੜੀਆਂ ਸਰਗਰਮੀਆਂ, ਇਹ ਸਰਗਰਮੀਆਂ ਸ਼ਹਿਰਾਂ ਤੋਂ ਬਾਹਰ ਰਹਿਣਗੀਆਂ। ਮਿਸਾਲ ਦੇ ਤੌਰ ਦੇ ਉੱਤੇ ਜੇ ਹੁਣ ਤੁਹਾਡੀ ਢੋਆ ਢੁਆਈ ਵਾਸਤੇ ਟਰੱਕਿੰਗ ਟਰਾਂਸਪੋਰਟ ਨੂੰ ਇਜਾਜ਼ਤ ਦੇਤੀ, ਉਹ ਰੋਟੀ ਕਿੱਥੇ ਖਾਣਗੇ? ਉਹਦੇ ਵਾਸਤੇ ਢਾਬੇ ਵੀ ਖੋਲ੍ਹਦੇ। ਸ਼ਰਾਬ ਦੇ ਠੇਕੇ ਹੈ, ਉਹਨਾਂ ਨੇ ਕਿਹਾ ਨਹੀਂ ਖੁੱਲਣਗੇ। ਲੇਕਿਨ ਪੰਜਾਬ ਦੇ ਸੰਬੰਧ ਵਿੱਚ ਸ਼ਾਇਦ ਇਹ ਅੱਜ ਫੈਸਲਾ ਹੋ ਚੁੱਕਾ ਹੈ, ਕਿਉਂਕਿ ਪੰਜਾਬ ਦੇ ਸੰਬੰਧ ਵਿੱਚ ਇਹ ਹੈ ਕਿ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ, ਜਿਹਦੇ ਚੀਫ ਮਿਨਿਸਟਰ ਸਾਹਿਬ ਨੇ ਵੀਡੀਓ ਪ੍ਰੈਸ ਕਾਨਫਰੰਸ ਕੀਤੀ ਸੀ, ਉਦੋਂ ਵੀ ਇੱਕ ਬੜੇ ਲਰਨਡ ਪੱਤਰਕਾਰ ਨੇ, ਸਾਡੇ ਸਾਥੀ ਨੇ, ਸਾਡੇ ਨਾਲ ਤਾਂ ਖੈਰ ਮੈਥੋਂ ਸੀਨੀਅਰ ਹੁੰਦੇ ਸੀ ਪੜ੍ਹਨ 'ਚ, ਬਾਬੂਸ਼ਾਹੀ ਦੇ ਬਲਜੀਤ ਬੱਲੀ ਹੋਰਾਂ ਨੇ ਕੁਐਸਚਨ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਨੂੰ, ਤੇ ਉਹਨਾਂ ਨੇ ਹੱਸ ਕੇ ਕਹਿਤਾ ਸੀ, ਬਲਜੀਤ ਜੀ ਤੁਸੀਂ ਥੋੜ੍ਹਾ ਜਿਹਾ ਅਜੇ ਤੱਕ ਤਾਂ ਲੋਕਾਂ ਨੂੰ ਰਾਸ਼ਨ ਵਗੈਰਾ ਹੀ ਪਹੁੰਚਾਉਣਾ, ਸ਼ਰਾਬ ਨੂੰ ਛੱਡ ਦਿਓ। ਪਰ ਕਿਉਂਕਿ ਹੁਣ ਇਹ ਵੀ ਜਿਹੜਾ ਗ੍ਰੀਨ ਵੈਲਟ ਹੈ, ਜਿਹੜੇ ਗ੍ਰੀਨ ਜ਼ੋਨ ਹੈ, ਜਿਵੇਂ ਹੁਣ ਬਠਿੰਡੇ ਦੇ ਵਿੱਚ ਕੋਈ ਕੇਸ ਨਹੀਂ ਹਾਲੇ ਤੱਕ ਰਿਪੋਰਟ ਹੋਇਆ, ਜਾਂ ਜਿਹੜੇ ਕੇਸ ਜਿੱਥੇ ਜਿਹੜੇ ਜ਼ਿਲ੍ਹੇ 'ਚ 10 ਤੋਂ ਘੱਟ ਵਗੈਰਾ ਕੇਸ ਆ, ਉੱਥੇ ਉਹ ਕਹਿੰਦੇ ਵੀ ਸ਼ਰਾਬ ਖੋਲ੍ਹ ਦਿੱਤੀ ਜਾਵੇ। ਸ਼ਰਾਬ ਦੇ ਠੇਕਿਆਂ ਵਾਸਤੇ ਟਾਈਮ ਵਗੈਰਾ ਕੀ ਬਣਨਗੇ, ਇਹ ਅਜੇ ਇਹ ਵੱਖਰੀ ਗੱਲ। ਅੱਜ ਸ਼ਾਇਦ ਇਹ ਫੈਸਲਾ ਕੋਈ ਆ ਸਕਦਾ ਹੈ, ਕਿਉਂਕਿ ਜਿਹੜਾ ਚੰਡੀਗੜ੍ਹ ਐਡੀਸ਼ਨ ਹੈ ਟ੍ਰਿਬਿਊਨ ਦਾ, ਚੰਡੀਗੜ੍ਹ ਐਡੀਸ਼ਨ ਦੇ ਵਿੱਚ ਮੈਂ ਸਵੇਰੇ ਖਬਰ ਪੜ੍ਹੀ ਸੀ, ਉਹਦੇ 'ਚ ਆਈ ਹੈ। ਇੱਧਰਲੇ ਐਡੀਸ਼ਨ 'ਚ ਨਹੀਂ ਸ਼ਾਇਦ ਅਜੇ ਪ੍ਰੈਸ ਨੋਟ ਵੀ ਨਹੀਂ ਆਇਆ। ਫਿਰ ਉਹ ਮੀਟਿੰਗ ਜਿਹੜੀ ਹੋਣੀ ਹੈ, ਮੀਟਿੰਗ ਤੋਂ ਬਾਅਦ ਉਹਦਾ ਕੁਛ ਨਾ ਕੁਛ ਉਹਦਾ ਆ ਜਾਣਾ ਹੈ। ਢਾਬਿਆਂ ਵਾਲੀ ਗੱਲ ਬਹੁਤ ਵਧੀਆ ਕਰਤੀ, ਸ਼ਹਿਰ ਤੋਂ ਬਾਹਰ ਜ਼ਰੂਰ ਇਹ ਖੁੱਲ੍ਹਣੀ ਚਾਹੀਦੀ ਹੈ। ਇਹਦੇ ਨਾਲ ਜਿਹੜਾ ਮਾਨਸਿਕ ਤਣਾਅ ਸੀ, ਇੱਕ ਕਿਸਮ ਦਾ, ਲੋਕ ਘਰਾਂ 'ਚ ਬੈਠੇ ਸੀ, ਖਾਂਦੇ ਪੀਂਦੇ ਲੋਕ, ਉਹਨਾਂ ਵਾਸਤੇ ਇੱਕ ਬੜੀ ਵੱਡੀ ਪ੍ਰੋਬਲਮ ਹੋ ਗਈ ਸੀ ਵੀ ਉਹ ਘਰੇ 'ਚ ਬੈਠਾ ਕਰਨ ਕੀ। ਘੱਟੋ ਘੱਟ ਜੇ ਹੁਣ ਉਹਨਾਂ ਨੂੰ ਇਹ ਹੋ ਗਈ ਆਪਦਾ ਉਹ ਕੋਈ ਨਾ ਕੋਈ ਸਾਧਨ ਚੱਕਣਗੇ, ਪੈਦਲ ਤੁਰਨਗੇ, ਸ਼ਹਿਰ ਤੋਂ ਬਾਹਰ ਜਾ ਕੇ ਢਾਬੇ 'ਤੇ ਬੈਠ ਜਾਣਗੇ। ਤੇ ਨਾਲ ਹੀ ਜੀ ਹਸਪਤਾਲਾਂ, ਬੈਂਕ, IT ਸੈਕਟਰ, ਦਵਾਈਆਂ ਦੀਆਂ ਦੁਕਾਨਾਂ, ਇਹ ਖੁੱਲ੍ਹੀਆਂ ਰਹਿਣਗੀਆਂ। ਸੋਸ਼ਲ ਜਿਹੜੀ ਇਹਦੇ ਵਿੱਚ ਕੰਡੀਸ਼ਨ ਹੈ ਵੀ ਸੋਸ਼ਲ ਡਿਸਟੈਂਸ ਬਣਾਉਣਾ ਲਾਜ਼ਮੀ ਹੋਊਗਾ। ਔਰ ਸਮੇਂ-ਸਮੇਂ 'ਤੇ ਸੈਂਟਰ ਗੌਰਮੈਂਟ ਹਰ ਕਸਬੇ, ਹਰ ਸ਼ਹਿਰ, ਹਰ ਜ਼ਿਲ੍ਹਾ, ਥਾਣਾ ਲੈਵਲ ਦੀ ਜਿਹੜੀ ਹੈਗੀ ਹੈ ਸਕਰੀਨਿੰਗ ਕਰਦੀ ਰਹੂਗੀ। ਜੇ ਕਿਤੇ ਕਰੋਨਾ ਦਾ ਫੈਲਾਅ ਹੁੰਦਾ ਤਾਂ ਉੱਥੇ ਨਾਲ ਦੀ ਨਾਲ ਹੀ ਫਿਰ ਪਾਬੰਦੀਆਂ ਐਦ ਵੀ ਹੋ ਜਾਣਗੀਆਂ। ਸੋ ਕੁੱਲ ਮਿਲਾ ਕੇ ਜਿਹੜੀ ਜੇ ਆਪਾਂ ਦੇਖੀਏ ਵੀ ਸਾਰਾ ਜਿਹੜਾ ਐਕਸਰਸਾਈਜ਼ ਸਰਕਾਰ ਵੱਲੋਂ ਕੀਤੀ ਕਿਉਂ ਜਾ ਰਹੀ ਹੈ, ਇਹਦਾ ਕਾਰਨ ਇਹ ਹੈ ਕਿ ਭਾਵੇਂ ਤਾਲਾਬੰਦੀ ਤਾਂ ਕਰਤੀ, ਪਹਿਲਾਂ ਤਾਲਾਬੰਦੀ ਦਾ ਇੱਕ ਪੜਾਅ ਸੀ, ਉਹ ਸੀ 21 ਦਿਨਾਂ ਦਾ। 21 ਦਿਨਾਂ ਦੇ ਪੜਾਅ ਦੇ ਵਿੱਚ ਲੋਕਾਂ ਨੂੰ ਕਹਿੰਦਾ ਵੀ ਤੁਸੀਂ ਕੁਰਬਾਨੀ ਕਰੋ, ਥੋੜ੍ਹਾ ਜਿਹਾ ਸਾਡੇ ਵਾਸਤੇ, ਦੇਸ਼ ਵਾਸਤੇ, ਆਪਦੇ ਵਾਸਤੇ ਤੁਹਾਨੂੰ ਕੁਛ ਤਿਆਗ ਕਰਨਾ ਪੈਣਾ, ਤਿਆਗ ਕਰੋ। ਲੋਕਾਂ ਨੇ ਤਿਆਗ ਕਰਤਾ। ਲੇਕਿਨ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਜਿੱਥੇ 87% ਲੋਕਾਂ ਦੇ ਕੋਲੇ ਹੁਣ ਆਪਦੇ ਜੇਬ 'ਚੋਂ ਖਰਚ ਕੇ ਖਾਣ ਪੀਣ ਦਾ ਕੁਛ ਨਹੀਂ ਰਿਹਾ, ਉਹ ਲੋਕ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਉਹ ਡੰਪ ਹੋ ਗਏ। ਉਹਨਾਂ ਦੇ ਵਿੱਚ ਖਾਸ ਕਿਸਮ ਦੀ ਬੇਚੈਨੀ ਹੈ। ਇੱਕ ਜਿਹੜਾ ਅਸੀਂ ਕਹਿ ਦਈਏ ਜਿਹੜੇ ਮਜ਼ਦੂਰ, ਪ੍ਰਵਾਸੀ ਮਜ਼ਦੂਰ ਹੈ, ਉਹਨਾਂ 'ਚ ਬੇਚੈਨੀ, ਹਾਲਤ ਉਹਨਾਂ ਦੀ ਬੜੀ ਬਦਤਰ ਹੈ। ਹੁਣ ਜਿਵੇਂ ਤੁਸੀਂ ਦੇਖੋ ਕਿ ਮੁੰਬਈ ਦੇ ਵਿੱਚ ਮਜ਼ਦੂਰ ਬਾਹਰ ਨਿਕਲ ਆਏ, ਹੁਣ ਖਬਰਾਂ ਇਹ ਆ ਰਹੀਆਂ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਹੋਰ ਵੀ ਨਿਕਲੇ। ਜਮਨਾ ਦੇ ਪੁਲਾਂ ਦੇ ਥੱਲੇ 2000 ਮਜ਼ਦੂਰ ਪਿਆ ਜੀ। ਉਹ ਪਿਆ ਵੱਖਰੀ ਗੱਲ ਹੈ, ਜਿਹੜੇ ਬਾਹਰ ਨਿਕਲ ਆਏ ਹੈ, ਜਿਹੜੇ ਕਰਫਿਊ ਤੋਂ ਜਾਂ ਲਾਕਡਾਊਨ ਤੋਂ ਬੇਪਰਵਾਹ ਹੋ ਕੇ ਬਾਹਰ ਨਿਕਲਦੇ, ਇਹਦੇ ਤੋਂ ਮੇਰਾ ਖਿਆਲ ਹੈ ਵੀ ਇਹ ਸੈਂਟਰ ਸਰਕਾਰ ਨੇ ਥੋੜ੍ਹਾ ਜਿਹਾ ਦੇਖਿਆ ਕਿ ਥੋੜ੍ਹੀ ਜਿਹੀ ਰਿਲੈਕਸੇਸ਼ਨ ਦੇ ਦਿਓ
ਥੋੜ੍ਹੀ ਜਿਹੀ ਰਿਲੈਕਸੇਸ਼ਨ ਦੇ ਕੇ ਉਹਨਾਂ ਨੂੰ ਤੋਰਾ ਫੇਰਾ, ਹੁਣ ਜਿਵੇਂ ਤੁਸੀਂ ਦੇਖੋ ਵੀ ਖੇਤੀ ਵਾਲਾ ਕੰਮ ਹੋ ਗਿਆ, ਜਿਹੜੀਆਂ ਸਨਅਤੀ ਇਕਾਈਆਂ ਸ਼ਹਿਰਾਂ ਤੋਂ ਬਾਹਰ ਹੈ, ਉਹ ਖੇਤਾਂ ਨੂੰ ਤੁਰ ਪੈਣਗੇ ਮਜ਼ਦੂਰ, ਖੇਤਾਂ ਨੂੰ ਵੀ ਤੁਰ ਪੈਣਗੇ। ਜਿਵੇਂ ਹੁਣ ਪੱਠੇ ਹੈ, ਪੱਠੇ ਖੇਤ ਜਿਹੜੇ ਪੱਠਿਆਂ ਤੇ ਮਜ਼ਦੂਰ ਹੈਗੇ ਉਹਨਾਂ ਨੂੰ ਉੱਥੇ ਕੰਮ ਮਿਲ ਜਾਣਾ। ਹਾਂ, ਉਹਨਾਂ ਨੂੰ ਕੰਮ ਖੋਲ੍ਹਤਾ। ਇਸ ਹਿਸਾਬ ਦੇ ਨਾਲ ਜਿਹੜੀ ਲੋਕਾਂ ਦੇ ਵਿੱਚ ਬੇਚੈਨੀ ਪੈਦਾ ਹੋਣੀ ਹੈ, ਜਿਵੇਂ ਕਹਿੰਦੇ ਨੇ ਉਹਨੂੰ ਥੋੜ੍ਹੀ ਜਿਹੀ ਰਿਲੀਫ ਦਿੱਤੀ, ਬੰਨ ਨਹੀਂ ਟੁੱਟਣ ਦਿੰਦੇ, ਪਾਣੀ ਹੌਲੀ ਹੌਲੀ ਉਹਨਾਂ ਨਾਲ ਥੋੜ੍ਹੀ ਹਵਾ ਕੱਢੀ ਚੱਲੋ, ਪਾਣੀ ਕੱਢੀ ਚੱਲੋ, ਰੋਕਾਂ ਵੀ, ਕਿਉਂਕਿ ਇਹ ਵੀ ਸਟੇਟ ਦੀ ਜ਼ਿੰਮੇਵਾਰੀ ਹੈ ਨਾ, ਕਿਉਂਕਿ ਇਹ ਤੋਂ ਬਗੈਰ ਇਲਾਜ ਵੀ ਕੋਈ ਨਹੀਂ। ਇਸ ਕਰਕੇ ਇਹ ਇੰਨਾ ਜਿਹੜਾ ਹੈਗਾ ਪੇਸ਼ਬੰਦੀਆਂ ਉਹਨਾਂ ਨੇ ਕੀਤੀਆਂ ਜੀ। ਚਲੋ ਸਾਹਿਬ, ਇੱਕ ਪੁਲਿਸ ਅਧਿਕਾਰੀ ਦਾ ਪੋਜ਼ਿਟਿਵ ਆ ਗਿਆ ਸੀਗਾ ਲੁਧਿਆਣੇ ਚ, ਇੱਕ ਪੀਸੀਐਸ ਅਧਿਕਾਰੀ ਵੀ ਪਟਿਆਲੇ ਵੀ, ਉਹਦਾ ਮਾਲੀ ਪੋਜ਼ਿਟਿਵ ਜੀ। ਉਹਦੇ ਵੀ ਚਰਚਾ ਕਹਿੰਦੇ ਕਾਫੀ ਹੈਗਾ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਕਿ ਤੁਸੀਂ ਇਹਨਾਂ ਨੂੰ ਇਕਾਂਤਵਾਸ ਜਿਹੜੇ ਅਸੀਂ ਹਸਪੀਟਲ ਬਣਾਏ ਜਾਂ ਵਾਰਡ ਬਣਾਏ ਆ, ਪੁਲਿਸ ਲਾਈਨਾਂ ਦੇ ਵਿੱਚ ਬਣਾਏ ਆ, ਪੁਲਿਸ ਨੇ ਉਲਟਾ ਇਹਨਾਂ ਨੂੰ ਘਰਾਂ 'ਚ ਤੋੜ ਦਿੱਤਾ। ਕਹਿੰਦੇ ਵੀ ਤੁਮ ਤੋਂ ਗਏ ਹੋਰਾਂ ਨੂੰ ਵੀ ਤੁਸੀਂ ਕਰਿਓ ਜਾ ਕੇ। ਕਈਆਂ ਦੇ ਤਾਂ ਢਿੱਲੋਂ ਸਾਹਿਬ ਇਹ ਵੀ ਹੁੰਦਾ ਵੀ ਇੱਕ ਅੱਧਾ ਕਮਰਾ ਹੁੰਦਾ ਤੇ ਕਈਆਂ ਦੇ ਉਹ ਮਸਾਂ ਹੁੰਦਾ ਹੀ ਨਹੀਂ। ਕਈ ਮੁਲਾਜ਼ਮਾਂ ਦੇ ਇੱਕ ਪਰਿਵਾਰ ਇੱਕ ਤਾਂ 2 ਕਮਰੇ 'ਚ ਹੀ ਰਹਿੰਦਾ ਹੁੰਦਾ, ਉੱਥੇ ਉਹ ਇਕੱਲਾ ਜਾਣਾ ਕਿੱਥੇ ਰਹੂ। ਦੇਖੋ ਗੱਲ ਇਹ ਹੈ ਕਿ ਜਿਹੜੇ ਹੁਣ ਪੋਜ਼ਿਟਿਵ ਆ ਗਏ ਪੁਲਿਸ ਮੁਲਾਜ਼ਮ, ਅਜੇ ਤੱਕ ਉਹਨਾਂ ਨੂੰ ਪੋਜ਼ਿਟਿਵ ਤਾਂ ਸਿਰਫ ਇੱਕ ACP ਆਇਆ। ਹਾਂਜੀ, ਲੇਕਿਨ ACP ਦੇ ਆਲੇ ਦੁਆਲੇ ਜਿਹੜਾ ਸਟਾਫ ਹੈ, ਉਹ ਕਿੰਨਾ ਸੀ? ਉਹਦਾ ਡਰਾਈਵਰ, ਉਹਦੇ ਗਨਮੈਨ, ਉਹਦੇ ਰੀਡਰ, ਉਹਦਾ ਕੁੱਕ, ਉਹਦੇ ਨਾਲ ਕਿੰਨੇ SHO ਹੈ ਜਿਨ੍ਹਾਂ ਦੇ ਨਾਲ ਡੇ ਟੂ ਡੇ ਉਹਦੀ ਸਿੱਧੀ ਗੱਲ ਹੁੰਦੀ ਹੈ। ਆਮ ਤੌਰ ਤੇ ਜਦੋਂ ਕੋਈ ਬੰਦਾ ਪੋਜ਼ਿਟਿਵ ਆ ਜਾਏ, ਪੋਜ਼ਿਟਿਵ ਆਉਣ ਤੋਂ ਬਾਅਦ ਜਿੰਨੇ ਵੀ ਉਹਦੇ ਕਨੈਕਸ਼ਨ ਹੁੰਦੇ ਆ, ਜਿਨ੍ਹਾਂ ਦੇ ਨਾਲ ਉਹਦਾ ਸੰਪਰਕ ਹੋਇਆ ਹੁੰਦਾ, ਉਹਨਾਂ ਸਭ ਨੂੰ ਕੁਆਰੰਟੀਨ ਕਰ ਦਿੱਤਾ ਜਾਂਦਾ। ਜਿੱਥੇ ਬੰਦਾ ਕੰਮ ਕਰਦਾ ਹੁੰਦਾ ਕੁਆਰੰਟੀਨ ਉੱਥੇ ਕੀਤਾ ਜਾਂਦਾ। ਹੁਣ ACP ਸਾਹਿਬ ਹੈਗੇ ਲੁਧਿਆਣੇ, ਜਿਹੜੇ ਇਹਨਾਂ ਦੇ ਕਰਮਚਾਰੀ ਹੈ, ਇਹਨਾਂ ਨੂੰ ਲੁਧਿਆਣੇ ਦੇ ਵਿੱਚ ਹੀ ਕੁਆਰੰਟੀਨ ਕਰਨਾ ਚਾਹੀਦਾ ਸੀ। ਪਰ ਹੋਇਆ ਕੀ ਕਿ ਜਦੋਂ ACP ਸਾਹਿਬ ਆ ਗਏ ਪੋਜ਼ਿਟਿਵ, ਉਹ ਤੋਂ ਬਾਅਦ ਉਹਨਾਂ ਨੂੰ ਹਸਪੀਟਲ 'ਚ ਐਡਮਿਟ ਕਰ ਲਿਆ। ਜਿਹੜਾ ਉਹਨਾਂ ਦਾ ਅਮਲਾ ਫੈਲਾ ਸ਼ਾਮ ਨੂੰ ਉਹਨਾਂ ਦੇ ਕੁਆਟਰ 'ਚ ਆ ਗਏ। ਰੋਜ਼ ਹੀ ਉੱਥੇ ਆਉਂਦੇ ਸੀ, ਕਿਉਂਕਿ ਆਮ ਤੌਰ ਦੇ ਉੱਤੇ ਜਿਹੜੀਆਂ ਸਰਕਾਰੀ ਕੋਠੀਆਂ ਹੁੰਦੀਆਂ, ਉਹਨਾਂ ਕੋਠੀਆਂ ਦੇ ਵਿੱਚ ਬੇਸ਼ੱਕ ਪੱਕੇ ਤੌਰ ਤੇ ਪ੍ਰਬੰਧ ਨਾ ਹੋਵੇ, ਆਰਜੀ ਤੌਰ ਤੇ ਪ੍ਰਬੰਧ ਹੁੰਦਾ ਕਿ ਜਿਹੜਾ ਇਮੀਡੀਏਟ ਨਾਲ ਰਹਿਣ ਵਾਲਾ ਅਮਲਾ ਹੈ, ਉਸ ਅਮਲੇ ਦੀ ਆਰਜੀ ਰਿਹਾਇਸ਼ ਬਣਾ ਦਿੱਤੀ ਜਾਂਦੀ ਹੈ। ਹਾਂ, ਉਹ ਵੀ ਭਾਈ ਅੱਧੀ ਰਾਤ ਨੂੰ ਤੁਰਨਾ ਪੈ ਜਾਂਦਾ, ਕਦੋਂ ਕਾਲ ਆ ਜੇ, ਉਦੋਂ ਨਾਲ ਗਨਮੈਨ ਚਾਹੀਦੇ, ਡਰਾਈਵਰ ਚਾਹੀਦਾ, ਉਹਨਾਂ ਦੇ ਉਹ ਪੈਣ ਦਾ ਪ੍ਰਬੰਧ ਕਰ ਦਿੰਦੇ ਹੈ। ਹੁਣ ਹੋਇਆ ਕਿ ਜਿਹੜੀ ਇੱਥੇ ਗੜਬੜ ਹੋਈ ਹੈ, ਗੜਬੜ ਇਹ ਹੋਈ ਵੀ ACP ਸਾਹਿਬ ਤਾਂ ਐਡਮਿਟ ਹੋ ਗਏ। ਉਹ ਤੋਂ ਬਾਅਦ ਜਿਹੜੇ ਹੈਗੇ ਆ ਗਨਮੈਨ ਆ ਗਏ ਸ਼ਾਮ ਨੂੰ ਕੋਠੀ ਜਿਹੜੀ ਹੈਗੀ ਆ ਉਹ ਇੱਕ ਵਿਸ਼ੇਸ਼ ਕਲੋਨੀ 'ਚ ਹੈ, ਜਿਸ ਕਲੋਨੀ ਦੇ ਵਿੱਚ ਹੋਰ ਵੀ ਬਹੁਤ ਸਾਰੇ ਅਫਸਰ ਹੈ, ਆਫੀਸਰ ਕਲੋਨੀ। ਹੁਣ ਉਹਦੇ ਵਿੱਚ ਜਿਹੜੇ ਬਾਕੀ ਤਾਂ ਗੱਲ ਛੱਡੋ, ਤੁਸੀਂ ਸਿਵਲ ਦੇ ਆਫੀਸਰ ਵੀ ਆ ਗਏ, ਉਹਦੇ ਵਿੱਚ ਪੁਲਿਸ ਦੇ ਆਫੀਸਰ ਵੀ ਆ ਗਏ, ਤੇ ਸਭ ਤੋਂ ਵੱਡੀ ਗੱਲ ਹੈ ਉਹ 'ਚ ਜੁਡੀਸ਼ੀਅਲ ਅਫਸਰ ਵੀ ਆ ਗਏ, ਜਿਹੜੇ ਮੈਜਿਸਟ੍ਰੇਟ ਵਗੈਰਾ ਉਹ ਤਾਂ ਜਿੱਥੇ ਲੱਗੇ ਆ, ਭਾਵੇਂ ਕਚਹਿਰੀਆਂ ਬੰਦ ਹੈ, ਉਹ ਵੀ ਉੱਥੇ ਆ ਗਏ। ਜਦੋਂ ਉਹਨਾਂ ਨੇ ਦੇਖਿਆ ਵੀ ਗਨਮੈਨ ਫਿਰਦੇ ਹੈ, ਗਨਮੈਨਾਂ ਦੇ ਗਨਮੈਨ ਜਿਹੜੇ ਅਫਸਰਾਂ ਦੇ ਗਨਮੈਨ ਆ ਉਹ ਵੀ ਦੱਸ ਦਿੰਦੇ ਜੀ ਉਹ ਆ ਗਏ ਜੀ। ਉਹ ਤਾਂ ਤੇ ਇਹ ਜੇ ਉਹਨੂੰ ਐਡਮਿਟ ਕਰ ਲਿਆ ਤਾਂ ਇਹ ਜਿਹੜੇ ਇਨਫੈਕਟਡ ਤਾਂ ਇਹ ਵੀ ਹੋਣਗੇ। ਇਹਦੇ ਤੇ ਜੀ ਫਿਰ ਰੌਲਾ ਪੈ ਗਿਆ। ਰੌਲਾ ਪੈਣ ਤੋਂ ਬਾਅਦ ਅਫਸਰਾਂ ਨਾਲ ਗੱਲ ਕੀਤੀ ਵੀ ਭਾਈ ਸਾਨੂੰ ਕਿਉਂ ਮਾਂਜਦੇ ਹੋ। ਉਹਨਾਂ ਨੇ ਜਿਹੜਾ ਪੱਕਾ ਪ੍ਰਬੰਧ ਕਰਨਾ ਸੀ ਕਿ ਉਹਨਾਂ ਬੰਦਿਆਂ ਨੂੰ ਸਾਰਿਆਂ ਨੂੰ ਲੈਂਦੇ ਔਰ ਸਾਰਿਆਂ ਨੂੰ ਉੱਥੇ ਐਡਮਿਟ ਕਰਵਾ ਦਿੰਦੇ, ਆਈਸੋਲੇਸ਼ਨ ਵਾਰਡ ਦੇ ਵਿੱਚ ਭਿਜਵਾ ਦਿੰਦੇ, ਕਿਉਂਕਿ ਸਰਕਾਰਾਂ ਵਾਰ-ਵਾਰ ਇਹ ਗੱਲ ਕਹਿੰਦੀਆਂ ਕਿ ਸਾਡੇ ਕੋਲ ਆਈਸੋਲੇਸ਼ਨ ਦਾ ਪ੍ਰਬੰਧ ਕੀਤਾ ਹੋਇਆ, ਲੇਕਿਨ ਸਾਰੇ ਮੁਲਾਜ਼ਮਾਂ ਨੂੰ ਕਹਿਤਾ ਜੀ ਤੁਸੀਂ ਆਪੋ ਆਪਣੇ ਘਰੀਂ ਜਾਓ। ਉਹ ਆਪੋ ਆਪਣੇ ਘਰੀਂ ਆ ਗਏ। ਘਰ ਆ ਕੇ ਵੀ ਜਿੰਨਾ ਮਰਜ਼ੀ ਆਪਾਂ ਗੱਲ ਕਰ ਲਈਏ ਕਿ ਕਮਰੇ ਭਾਵੇਂ 5 ਹੋਣ, ਘਰ ਆ ਕੇ ਅਸੀਂ ਘਰ ਵਾਲੇ ਉਨੀ ਇਤਿਆਤ ਨਹੀਂ ਰੱਖ ਸਕਦੇ, ਅਸੀਂ ਟ੍ਰੇਨਡ ਨਹੀਂ ਨੇ, ਜਿਹੜੀ ਆਈਸੋਲੇਸ਼ਨ ਵਾਰਡ ਦੇ ਵਿੱਚ ਕੀਤੀ ਜਾ ਸਕਦੀ ਹੈ, ਜਿੱਥੇ ਟ੍ਰੇਨਡ ਸਟਾਫ ਹੁੰਦਾ ਹੈ। ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਹੈਗੀ ਹੈ ਉਹ ਲਾਗ ਹੈ, ਜਿਹੜੀ ਉਹ ਅਗਾਂਹ ਦੀ ਅਗਾਂਹ ਤੁਰਦੀ ਜਾਂਦੀ ਹੈ। ਸੱਜਣ ਮਿੱਤਰ ਵੀ ਹੁੰਦੇ ਆ ਬੰਦੇ ਦੇ, ਪਿੰਡ ਦੇ ਵਿੱਚ ਬੰਦਾ ਨਿਕਲਦਾ, ਸਾਰਾ ਕੁਛ ਹੁੰਦਾ। ਕੁਛ ਵੈਸੇ ਆ ਜਾਂਦੇ ਵੀ ਆਪਾਂ ਮਿਲ ਕੇ ਆਈਏ ਉਹਨੂੰ, ਯਾਰ ਤੇਰਾ ਫਲਾਣਾ ਸਿਆ ਕੀ ਹਾਲ ਹੈ, ਉਹ ਹਾਲ ਪੁੱਛਣ ਵਾਲੇ ਆ ਕੇ ਤੇ ਗੱਲ ਕਿੱਥੋਂ ਦੀ ਕਿੱਥੇ ਤੱਕ ਚੱਲ ਸਕਦੀ ਹੈ। ਇਹਦੇ ਤੋਂ ਬਿਲਕੁਲ ਸਿਵਲ ਪ੍ਰਸ਼ਾਸਨ ਜਿਹੜਾ ਆਪਣਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਅਣਜਾਣ ਸੀ। ਹੁਣ ਉੱਥੇ ਇੱਕ ਪਿੰਡ ਹੈ ਜੀ, ਉਸ ਤੁਹਾਡਾ ਕਿਸੇ ਇਲਾਕੇ ਦੇ ਵਿੱਚ ਜਖੇਪਲ ਪਿੰਡ ਹੈ, ਚੁਵਾਸ ਜਖੇਪਲ। ਉੱਥੇ ਜਿਹੜੀ ਪੰਚਾਇਤ ਦੀ ਸਰਪੰਚ ਹੈ ਬੀਬੀ ਹੈ, ਲੇਕਿਨ ਉਹ ਬੀਬੀ ਦੇ ਘਰ ਵਾਲਾ ਕਿਸੇ ਅਜਿਹੀ ਪਾਰਟੀ ਨਾਲ ਸੰਬੰਧਿਤ ਹੈ ਜਿਹੜੀ ਪਾਰਟੀ ਬੜੀ ਸੁਚੇਤ ਹੈ, ਖੱਬੇ ਪੱਖੀ ਪਾਰਟੀ ਨਾਲ ਸੰਬੰਧਿਤ ਹੈ, ਸ਼ਾਇਦ ਇੰਟਰਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਨਾਲ ਸੰਬੰਧਿਤ ਹੈ।
ਉਹ ਇੰਟਰਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਵਾਲੇ ਵਾਤਾਵਰਨ ਨੂੰ ਲੈ ਕੇ ਬੜੇ ਸੁਚੇਤ ਹੈ। ਅੱਛਾ ਜੀ। ਮੁਕਾਬਲਤਨ ਬਾਕੀ ਸਾਰੀਆਂ ਖੱਬੀਆਂ ਪਾਰਟੀਆਂ ਦੇ ਉਹ ਸੁਚੇਤ ਹੈ। ਉਹਨਾਂ ਨੇ ਜਦੋਂ ਇਹ ਪਤਾ ਲੱਗਾ ਕਿ ਸਾਡੇ ਪਿੰਡ ਇੱਕ ਮੁਲਾਜ਼ਮ ਆ ਗਿਆ ਹੈ ਔਰ ਇਹਨੂੰ ਕੁਆਰੰਟੀਨ ਨਹੀਂ ਕੀਤਾ ਜੀ, ਉੱਥੇ ਪੰਚਾਇਤ ਦੀ ਮੀਟਿੰਗ ਹੋ ਗਈ। ਅੱਛਾ, ਨਾਲ ਦੀ ਨਾਲ ਜੀ ਪੰਚਾਇਤ ਦੀ ਮੀਟਿੰਗ ਹੋ ਗਈ। ਅੱਜ ਅਖਬਾਰਾਂ ਦੇ ਵਿੱਚ ਤਸਵੀਰਾਂ ਛਪੀਆਂ ਹੋਈਆਂ। ਪੰਚਾਇਤ ਦੀ ਮੀਟਿੰਗ ਹੋਣ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਇਹ ਤਾਂ ਗੱਲ ਬੜੀ ਮਾੜੀ ਹੋ ਗਈ ਜੀ, ਇਹਨਾਂ ਦੇ ਨਾਲ ਬੇਇਨਸਾਫੀ ਹੋਈ ਹੈ। ਕੱਲੀ ਬੇਇਨਸਾਫੀ ਇਹਨਾਂ ਨਾਲ ਹੀ ਨਹੀਂ ਹੋਈ, ਸਾਡੇ ਪਿੰਡ ਨਾਲ ਹੋਈ ਹੈ ਜੀ। ਹੁਣ ਜੀ ਉਹਦੇ ਚ ਕੀ ਹੋਇਆ ਵੀ ਕਮਿਸ਼ਨਰ ਸਾਹਿਬ ਤੱਕ ਗੱਲ ਪਹੁੰਚ ਗਈ ਵੀ ਕਮਿਸ਼ਨਰ ਸਾਹਿਬ ਤੁਸੀਂ ਦੱਸੋ। ਹਾਂਜੀ, ਹੁਣ ਕਮਿਸ਼ਨਰ ਸਾਹਿਬ ਜਿਹੜੇ ਹੈਗੇ ਉੱਥੋਂ ਦੇ ਮਿਸਟਰ ਜਿਹੜੇ ਹੈਗੇ ਅਰਕੇਸ਼ ਅਗਰਵਾਲ ਪੁਲਿਸ ਕਮਿਸ਼ਨਰ, ਹਾਂਜੀ ਹਾਂਜੀ, ਉਹ ਕਹਿੰਦੇ ਵੀ ਕੋਈ ਵੀ ਜਿਹੜਾ ਹੈਗਾ ਮੁਲਾਜ਼ਮ ਜੀ ਉਹ ਪੋਜ਼ਿਟਿਵ ਨਹੀਂ ਆਇਆ ਤੇ ਸ਼ੱਕੀ ਹੈਗੇ ਹੈ ਜੀ। ਸ਼ੱਕੀ ਬੰਦਿਆਂ ਦੀ ਕਹਿੰਦੇ ਘਰਾਂ 'ਚ ਦੇਖਭਾਲ ਚੰਗੀ ਹੋ ਸਕਦੀ ਹੈ। ਜੇ ਘਰਾਂ 'ਚ ਦੇਖਭਾਲ ਚੰਗੀ, ਇੱਕ ਪੁਲਿਸ ਅਫੀਸਰ ਨੂੰ ਕੀ ਪਤਾ ਵੀ ਘਰ 'ਚ ਚੰਗੀ ਦੇਖਭਾਲ ਹੋ ਸਕਦੀ ਹੈ, ਇਹ ਦੱਸੋ, ਜਾਂ ਆਈਸੋਲੇਸ਼ਨ ਵਾਰਡ 'ਚ ਹੋ ਸਕਦੀ ਇਹ ਤਾਂ ਡਾਕਟਰ ਨੂੰ ਪਤਾ ਨਾ। ਇਹ ਤਾਂ ਡਾਕਟਰ ਨੂੰ ਪਤਾ। ਡਾਕਟਰ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੇ। ਇਹ ਜਿਹੜੇ ਡਾਕਟਰ ਵੀ ਜ਼ੋਰ ਦੇ ਰਹੇ ਤੇ ਨਾਲ ਜ਼ੋਰ ਦੇ ਰਹੇ ਹੈਗੇ ਆ ਸਾਡੇ ਤਾਂ ਮੁੱਖ ਮੰਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ ਸਾਹਿਬ ਵੀ ਕਹਿ ਰਹੇ ਜੀ ਕਿ ਇਹਨਾਂ ਲੋਕਾਂ ਨੂੰ ਆਈਸੋਲੇਸ਼ਨ ਵਾਰਡ ਦੇ ਵਿੱਚ ਜਾਂ ਜਿੱਥੇ ਵੀ ਕਿਤੇ ਉਹ ਕੰਮ ਕਰਦੇ ਆ ਉਹਨਾਂ ਥਾਵਾਂ ਦੇ ਵਿੱਚ ਰੱਖਿਆ ਜਾਵੇ ਜੀ। ਉਹ ਗੱਲ ਹੈ ਨਹੀਂ। ਸੋ ਇਸ ਵੇਲੇ ਦੀ ਸਥਿਤੀ ਹੈ ਕਿ ਕੰਪਲੇਂਟਸ ਵੀ ਸ਼ੁਰੂ ਹੋ ਗਈਆਂ। ਹੁਣ ਜਿਵੇਂ ਆਪਾਂ ਪੰਚਾਇਤ ਦੀ ਗੱਲ ਕੀਤੀ ਹੈ ਜੀ, ਉਹਨਾਂ ਨੇ ਮੀਡੀਆ 'ਚ ਵੀ ਗੱਲ ਆ ਗਈ। ਘੱਟੋ ਘੱਟ ਇਹਦਾ ਸਰਕਾਰ ਨੂੰ ਨੋਟਿਸ ਲੈਣਾ ਚਾਹੀਦਾ ਕਿ ਜੇ ਪੁਲਿਸ ਵਰਗੇ ਡਿਸਪਲਿਨਡ ਮਹਿਕਮੇ ਦੇ ਵਿੱਚ ਇਸ ਚੀਜ਼ ਦਾ ਖਿਆਲ ਨਹੀਂ ਰੱਖਿਆ ਜਾ ਸਕਦਾ ਤਾਂ ਫਿਰ ਪਿੰਡਾਂ ਵਾਲੇ ਖੇਤ ਮਜ਼ਦੂਰਾਂ ਤੋਂ ਜੀ, ਜਾਂ ਪਿੰਡਾਂ 'ਚ ਜਿਹੜੇ ਵਿਹੜਿਆਂ 'ਚ ਰਹਿਣ ਵਾਲੇ ਲੋਕ ਆ, ਅਸੀਂ ਉਹਨਾਂ ਤੋਂ ਕਿਵੇਂ ਲੜ। ਇਹੀ ਤਾਂ ਜਿਹੜੀ ਹੈਗੀ ਹੈ ਜਿਹੜਾ ਸੋਸ਼ਲ ਟਰਾਂਸਮਿਸ਼ਨ ਕਹਿੰਦੇ, ਸੋਸ਼ਲ ਟਰਾਂਸਮਿਸ਼ਨ ਇੱਥੋਂ ਹੁੰਦਾ ਹੈ। ਗੜਬੜ ਸਾਰੀ ਹੋਈ ਵੀ ਇਹਨੂੰ ਦੇਖਣ ਦੀ ਲੋੜ ਹੈ ਔਰ ਇਹਦੇ ਵਾਸਤੇ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਇਹ ਮੁਕੰਮਲ ਪੇਸ਼ਬੰਦੀਆਂ ਕਰੇ ਕਿ ਇੱਥੇ ਦਾ ਜਿਹੜਾ ਕੁਝ ਹੋ ਗਿਆ ਅਗਾਂਹ ਨੂੰ ਨਾ ਹੋਵੇ। ਉਧਰ ਵਾਕਿਆ ਤੁਹਾਡੀ ਗੱਲ ਸਹੀ ਹੈ, ਪਰ ਕਈ ਤਾਂ ਜਿਵੇਂ ਗੁਜਰਾਤ ਦੇ ਆਪਣੇ ਮੁੱਖ ਮੰਤਰੀ ਆ, ਉਹਨਾਂ ਨੇ ਖੁਦ ਹੀ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਜੀ। ਨਹੀਂ, ਚਾਹ ਨਾਲ ਨਹੀਂ ਕੀਤਾ। ਅੱਛਾ। ਅਸਲ ਦੇ ਵਿੱਚ ਗੁਜਰਾਤ ਦੇ ਵਿੱਚ ਜਿੱਥੇ ਤੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਹਾਂ, ਉੱਥੇ ਸਰਕਾਰ ਚਲਾਉਣ ਦੇ ਨਾਲ ਮੁੱਖ ਮੰਤਰੀਆਂ ਨੂੰ ਇੱਕ ਹੋਰ ਕੰਮ ਵੀ ਕਰਨਾ ਪੈਂਦਾ। ਅੱਛਾ ਜੀ, ਉਹ ਕੀ ਹੈ ਜੀ? ਉਹ ਕੰਮ ਇਹ ਜੀ ਵਿਰੋਧੀ ਪਾਰਟੀਆਂ ਦੇ ਕਬੂਤਰ ਪੱਟਣੇ, ਅੱਛਾ, ਉਹਨਾਂ ਦਾ ਸ਼ਿਕਾਰ ਕਰਨਾ। ਕੱਲੇ ਬੰਦੇ ਨੂੰ ਦੇਖ ਲਓ, ਪੋਚਿੰਗ ਸ਼ਬਦ ਹੈ ਨਾ ਅੱਜ ਕੱਲ੍ਹ। ਹਾਂਜੀ, ਪਹਿਲਾਂ ਤਾਂ ਕਹਿੰਦੇ ਸੀ ਹਾਰਸ ਟ੍ਰੇਡਿੰਗ, ਹੁਣ ਪੋਰਚਿੰਗ। ਹਾਂ, ਪੋਰਚਿੰਗ ਹੋਣ ਵਾਲੀ ਗੱਲ ਹੋ ਗਈ ਹੈ। ਹੁਣ ਆਪਰੇਸ਼ਨ ਕਮਲ ਵੀ ਹੋ ਗਿਆ ਨਾ ਨਾਲ। ਹਾਂ। ਉਹ ਆਪਰੇਸ਼ਨ ਕਮਲ ਦੀ ਜਿਹੜੀ ਸ਼ੁਰੂਆਤ ਹੈ, ਜੇ ਆਪਾਂ ਦੇਖੀਏ ਜ਼ਿਆਦਾਤਰ ਤਾਂ ਇਹ ਗੁਜਰਾਤ 'ਚ ਹੀ ਹੋਈ ਸੀ। ਅੱਛਾ ਜੀ। ਅਹਿਮਦ ਪਟੇਲ ਜਿਹੜੇ ਕਾਂਗਰਸ ਪਾਰਟੀ ਦੇ ਬੜੇ ਵੱਡੇ ਲੀਡਰ ਹੈ, ਜਨਤਕ ਲੀਡਰ ਤਾਂ ਭਾਵੇਂ ਉਹ ਨਹੀਂ, ਸਿੱਧੇ ਤੌਰ ਤੇ ਆਪਾਂ ਨੂੰ ਨਹੀਂ ਦੇਖਿਆ ਕਦੇ ਉਹ ਲੋਕ ਸਭਾ ਦੇ ਮੈਂਬਰ ਬਣੇ ਜੀ। ਸੋਨੀਆ ਗਾਂਧੀ ਦੇ ਪੋਲੀਟੀਕਲ ਸੈਕਟਰੀ ਹੈ। ਕਿਹਾ ਜਾਂਦਾ ਹੈ ਕਿ ਕਾਂਗਰਸ ਪਾਰਟੀ ਨੂੰ ਜਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਤੌਰ ਦੇ ਉੱਤੇ ਜੋ ਵੀ ਸਾਰਾ ਸਿਲਸਿਲਾ ਹੁੰਦਾ, ਇਹਦੇ ਵਿੱਚ ਸੋਨੀਆ ਗਾਂਧੀ ਦੀਆਂ ਕੰਨ, ਅੱਖਾਂ, ਨੱਕ ਉਹ ਬੰਦਾ ਹੈ। ਉਹ ਸਾਰਾ ਕੁਝ ਕਰਦਾ। ਉਹ ਰਾਜ ਸਭਾ 'ਚ ਖੜਾ ਹੋ ਗਿਆ। ਜਦੋਂ ਰਾਜ ਸਭਾ 'ਚ ਖੜਾ ਹੋ ਗਿਆ ਤੇ ਅਮਿਤ ਸ਼ਾਹ ਦਾ ਵੀ ਸੂਬਾ ਉਹੀ ਹੈ, ਪ੍ਰਧਾਨ ਮੰਤਰੀ ਸਾਹਿਬ ਦਾ ਵੀ ਉਹੀ ਹੈ। ਪ੍ਰਧਾਨ ਮੰਤਰੀ ਸਾਹਿਬ ਤਾਂ ਹਾਲੇ ਨਾ ਕਰਦੇ ਤੇ ਅਮਿਤ ਸ਼ਾਹ ਕਹਿੰਦਾ ਜੀ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਸੋਨੀਆ ਗਾਂਧੀ ਦਾ ਪੋਲੀਟੀਕਲ ਸੈਕਟਰੀ ਉਹ ਪਹੁੰਚੇ ਰਾਜ ਸਭਾ 'ਚ, ਆਪਾਂ ਨਾ ਪਹੁੰਚਣ ਦਿੰਦੇ। ਲਓ ਜੀ, ਉਹਨਾਂ ਨੇ ਆਪਰੇਸ਼ਨ ਸ਼ੁਰੂ ਕਰਤਾ ਜੀ। ਉਹ ਜਦੋਂ ਕੁਛ ਕੁ ਬੰਦੇ ਪਟ ਲਏ ਕਾਂਗਰਸ ਦੇ ਤੇ ਬਾਕੀ ਉਹਨਾਂ ਨੇ ਕਿਹਾ ਬਚਾ ਲਓ ਕਬੂਤਰ ਜਿੰਨੇ ਕੁ ਬਚਦੇ ਜੀ। ਉਹਨਾਂ ਨੇ ਜੀ ਜਹਾਜ਼ 'ਚ ਚੜਾਏ ਤੇ ਜਹਾਜ਼ ਚੜਾ ਕੇ ਲੈ ਗਏ ਕਰਨਾਟਕਾ। ਅੱਛਾ ਜੀ। ਕਰਨਾਟਕਾ ਉਦੋਂ ਸਰਕਾਰ ਜਿਹੜੀ ਸੀਗੀ ਕੋਲੀਸ਼ਨ ਸਰਕਾਰ ਸੀ, ਆਪਣੇ ਕਾਂਗਰਸ ਪਾਰਟੀ ਦੀ ਹਿੱਸੇਦਾਰ ਸੀ। ਜਨਤਾ ਦਲ ਸੈਕੂਲਰ ਵਾਲਿਆਂ ਦੀ ਕੁਮਾਰਾ ਸਵਾਮੀ ਦੀ ਸਰਕਾਰ ਸੀਗੀ। ਉੱਥੇ ਲਿਜਾ ਕੇ ਇੱਕ ਜਿਹੜੇ ਉੱਥੋਂ ਦੇ ਬਾਅਦ ਦੇ ਵਿੱਚ ਈਡੀ ਦੇ ਵੀ ਰੇਡ ਰੂਡ ਹੋਈ ਆ, ਉਹਨਾਂ ਤੇ ਅੰਦਰ ਵੀ ਭੇਜਤਾ ਸੀ। ਇੱਕ ਲੀਡਰ ਹੈ ਉੱਥੇ ਦੇ ਕਾਂਗਰਸ ਦੇ ਬੜੇ ਤਕੜੇ ਲੀਡਰ ਹੈ ਜਿਨ੍ਹਾਂ ਨੂੰ ਸੰਕਟ ਮੋਚਕ ਸਮਝਿਆ ਜਾਂਦਾ ਕਾਂਗਰਸ ਦਾ, ਉਹਨਾਂ ਦੇ ਹਵਾਲੇ ਕਰਤਾ। ਉਹਨਾਂ ਨੇ ਜੀ ਆਪਦੇ ਬੰਦੇ ਸੰਭਾਲ ਲਏ ਤੇ ਵੋਟਿੰਗ ਹੋ ਗਈ ਜੀ। ਵੋਟਿੰਗ ਦੇ ਮਾਮਲੇ 'ਚ ਵੀ ਆ ਕੇ ਡਿੱਕਾ ਪੈ ਗਿਆ, ਰਿਜ਼ਲਟ ਆ ਕੇ ਰੁਕ ਗਿਆ। ਅੱਛਾ ਜੀ। ਵੀ ਆਹ ਵੋਟ ਗਿਣਨੀ ਹੈ ਕਿ ਨਹੀਂ ਗਿਣਨੀ। ਅਖੀਰੇ ਮਾਮਲਾ ਚੋਣ ਕਮਿਸ਼ਨ ਕੋਲੇ ਗਿਆ ਤੇ ਚੋਣ ਕਮਿਸ਼ਨ ਨੇ ਡਿਕਲੇਅਰ ਕਰਤਾ, ਲਓ ਜੀ ਅਹਿਮਦ ਪਟੇਲ ਹੈ ਜਿਹੜਾ ਉਹੀ ਬਣੂਗਾ। ਇਹ ਫਿਰ ਮਾਮਲਾ ਰੁਕਿਆ ਨਹੀਂ ਜੀ, ਆਪਰੇਸ਼ਨ ਕਮਲ ਚੱਲਦਾ ਰਿਹਾ। ਕਈ ਬੰਦੇ ਫਿਰ ਉਹਨਾਂ ਨੇ ਹੋਰ ਡਿਫੈਕਸ਼ਨ ਕਰਵਾ ਲਈ। ਹੁਣ ਉੱਥੇ ਕੀ ਹੋਇਆ ਜੀ, ਕਾਂਗਰਸ ਪਾਰਟੀ ਦਾ ਇੱਕ ਐਮਐਲਏ ਹੈ। ਉਹ ਐਮਐਲਏ ਜਿਹੜਾ ਹੈਗਾ ਅਹਿਮਦਾਬਾਦ ਤੋਂ ਹੈ ਜੀ। ਉਹਦਾ ਜਿਹੜਾ ਹੈਗਾ ਇਮਰਾਨ ਕੁਛ ਇਹੋ ਜਿਹਾ ਨਾਂ ਹੈ। ਅੱਛਾ। ਤੇ ਉਹ ਬਹੁਤ ਵੱਡਾ ਕੰਮ ਕਰ ਰਿਹਾ ਆਪਦੇ ਇਲਾਕੇ ਦੇ ਵਿੱਚ। ਚੰਗਾ ਮਤਲਬ ਜਿਹੜਾ ਹੈਗਾ ਆਪਰੇਸ਼ਨ ਜਿਹੜੇ ਕਰਵਾਏ ਜਾ ਰਹੇ ਇਹਦੇ ਵਾਲੇ ਸਾਫ ਸਫਾਈ ਵਾਲੇ ਜੀ, ਹੈਲਥ ਡਿਪਾਰਟਮੈਂਟ ਵਾਲਿਆਂ ਨੂੰ ਨਾਲ ਲੈ ਕੇ ਵੀ ਚਲੋ ਚੱਲਦੇ ਆ ਜੀ। ਇਮਰਾਨ ਖੇੜਾ ਵਾਲਾ
ਖੇੜਾ ਵਾਲਾ ਚੰਗੇ ਕੰਮ ਕਰਵਾ ਰਿਹਾ। ਅੱਛਾ ਜੀ। ਔਰ ਅਹਿਮਦਾਬਾਦ ਜਿਹੜਾ ਹੈਗਾ 올ਡ ਅਹਿਮਦਾਬਾਦ ਦਾ ਇਲਾਕਾ, ਉੱਥੇ ਕਰੋਨਾ ਵਾਇਰਸ ਨੇ ਆਪਦੇ ਪੈਰ ਵੀ ਕਾਫੀ ਸਾਰੇ ਹੋਏ। ਕਰਦਿਆਂ ਕਰਾਉਂਦਿਆਂ ਤੇ ਮੁੱਖ ਮੰਤਰੀ ਸਾਹਿਬ ਨੂੰ ਵੀ ਆ ਪਤਾ ਜੀ ਮਿਲਣਾ ਹੈ। ਸ਼ਾਇਦ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਤਾਂ ਇਹ ਵੀ ਕਿ ਕਰੋਨਾ ਦੇ ਬਾਰੇ ਡਿਸਕਸ ਕਰਨੀ। ਅੱਛਾ ਜੀ। ਪਰ ਜੇ ਕਰੋਨਾ ਦੇ ਬਾਰੇ ਡਿਸਕਸ ਕਰਨੀ ਹੋਵੇ ਤਾਂ ਫਿਰ ਕਈ ਸਾਡੇ ਹੁੰਦੇ ਉਹਨਾਂ ਨੂੰ ਬੁਲਾ ਲੈਂਦੇ। ਮੁੱਖ ਮੰਤਰੀ ਸਾਹਿਬ ਕਹਿੰਦੇ ਮੇਰੇ ਦਫ਼ਤਰ ਆ ਜਾਓ। ਅੱਛਾ ਜੀ। ਜੋ ਦਫ਼ਤਰ ਪਹੁੰਚਿਆ ਜੀ, ਉੱਥੇ ਡਿਪਟੀ ਸੀਐਮ ਨਿਤਨ ਪਟੇਲ ਅੱਛਾ ਜੀ। ਉਹ ਵੀ ਆ ਗਿਆ, ਗ੍ਰਹਿ ਮੰਤਰੀ ਵੀ ਕਹਿੰਦੇ ਜੀ ਆ ਗਿਆ, ਕੁਝ ਹੋਰ ਜਿਹੜੇ ਹੈਗੇ ਆ ਸੀਨੀਅਰ ਬੰਦੇ ਉਹ ਆ ਗਏ। ਆ ਕੇ ਬੈਠ ਕੇ ਉੱਥੇ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ। ਤਸਵੀਰ ਵੀ ਲੱਗੀ ਅਖਬਾਰਾਂ 'ਚ। ਅੱਛਾ ਜੀ। ਵੀ ਉਹ ਜਿਹੜਾ ਹੈਗਾ ਸੋਸ਼ਲ ਡਿਸਟੈਂਸ ਵਾਲੀ ਗੱਲ ਵੀ, ਉਹ ਡੇਢ ਜਿਹੜਾ ਮੀਟਰ ਵਾਲਾ ਉਹਨਾਂ ਨੇ ਵਕਫਾ ਵੀ ਆਪਦਾ ਰੱਖਿਆ ਹੋਇਆ। ਪਰ ਇਹਦੇ ਬਾਵਜੂਦ ਜਿਹੜਾ ਇਮਰਾਨ ਖੇੜਾ ਵਾਲਾ ਸੀ, ਉਹਦੀ ਤਬੀਅਤ ਇੱਕਦਮ ਖਰਾਬ ਹੋਈ ਤੇ ਉਹਨੂੰ ਲੈ ਗਏ ਜੀ ਹਸਪੀਟਲ। ਜਦੋਂ ਉਹਦਾ ਸੈਂਪਲ ਲਿਆ ਔਰ ਟੈਸਟਿੰਗ ਕੀਤੀ, ਉਹ ਪੋਜ਼ਿਟਿਵ ਆ ਗਿਆ। ਅੱਛਾ। ਪੋਜ਼ਿਟਿਵ ਆਉਣ ਤੋਂ ਬਾਅਦ ਜਦੋਂ ਆ ਗਿਆ, ਰੌਲਾ ਪੈ ਗਿਆ। ਇਹ ਹੋ ਗਿਆ ਵੀ ਉਹ ਪ੍ਰਧਾਨ ਮੰਤਰੀ ਆਪਣਾ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰਕੇ ਗਏ। ਪੱਤਰਕਾਰਾਂ ਨੇ ਸੰਪਰਕ ਸਾਧ ਲਿਆ ਮੁੱਖ ਮੰਤਰੀ ਨਾਲ। ਅੱਛਾ ਜੀ। ਕਿ ਮੁੱਖ ਮੰਤਰੀ ਜੀ, ਤੁਹਾਡੇ ਨਾਲ ਜਿਸ ਬੰਦੇ ਨੇ ਮੀਟਿੰਗ ਕੀਤੀ ਹੈ ਉਹ ਆ ਗਿਆ ਪੋਜ਼ਿਟਿਵ। ਅੱਛਾ ਜੀ। ਤੇ ਹੁਣ ਤੁਹਾਡੀ ਕੀ ਪੋਜੀਸ਼ਨ ਹੈ, ਤੁਸੀਂ ਦੱਸੋ। ਤੁਸੀਂ ਆਪਣੇ ਆਪ ਨੂੰ ਕੁਆਰੰਟੀਨ ਕਰੋਗੇ? ਮੁੱਖ ਮੰਤਰੀ ਸਾਹਿਬ ਕਹਿੰਦੇ ਸਵਾਲ ਹੀ ਨਹੀਂ ਪੈਦਾ ਹੁੰਦਾ। ਮੈਂ ਕਰਾਂ। ਮੈਂ ਜਦੋਂ ਕਹਿੰਦੇ ਡਿਸਟੈਂਸ ਰੱਖਿਆ, ਸੋਸ਼ਲ ਡਿਸਟੈਂਸ ਸੀਗਾ ਸਾਰਾ। ਅੱਛਾ। 1.5 ਮੀਟਰ ਵਾਲਾ, ਮੈਂ 1.5 ਮੀਟਰ ਪਾਸੇ ਕਰਕੇ ਭਾਇਆ ਸੀ ਬੰਦੇ ਨੂੰ। ਐ ਮੈਂ ਕਿਵੇਂ ਹੋ ਜਾ। ਪਰ ਹੁਣ ਜਿਹੜੀ ਰਿਕੁਆਇਰਮੈਂਟ ਹੈ ਜੀ, ਉਹ ਤਾਂ ਇਹ ਕਹਿੰਦੀ ਹੈ ਕਿ ਜੀ ਜਿਹੜਿਆਂ ਬੰਦਿਆਂ ਦੇ ਨਾਲ ਸਤਿ ਸ੍ਰੀ ਅਕਾਲ ਹੋਈ ਹੈ ਜਾਂ ਜੈ ਹਿੰਦ ਦੁਆ ਸਲਾਮ ਜੋ ਵੀ ਹੋਈ ਹੈ, ਉਹਨਾਂ ਸਾਰਿਆਂ ਨੂੰ ਕੁਆਰੰਟੀਨ ਹੋਣਾ ਪੈਣਾ। ਪਹਿਲਾਂ ਤਾਂ ਉਹਨਾਂ ਨੇ ਪੈਰ ਜੜਾਏ। ਅੱਛਾ। ਬਾਅਦ ਦੇ ਵਿੱਚ ਮੇਰਾ ਖਿਆਲ ਹੈ ਵੀ ਫਿਰ ਸੈਕਟਰੀਆਂ ਨੇ ਦੱਸਤਾ ਹੋਣਾ ਵੀ ਮਹਾਰਾਜ ਕਿਉਂ ਐਵੇਂ ਆਪਣੀ ਮਿੱਟੀ ਪਲੀਤ ਹੋਊਗੀ ਤੇ ਚਲੇ ਜਾਓ। ਫਿਰ ਉਹਨਾਂ ਨੇ ਐਲਾਨ ਕਰਤਾ ਜੀ ਮੈਂ ਜਾਊਂਗਾ, ਪਰ ਨਾਲ ਪਰ ਲਾਤਾ। ਅੱਛਾ, ਫਰ ਲਾਤੇ। ਪਰ ਫਰ ਲਾ ਹਾਂ ਨਾ, ਫਰ ਤਾਂ ਜੇ ਵਰਤੂਗਾ ਨਾ। ਅੱਛਾ। ਉਹ ਕਹਿੰਦਾ ਪਰ ਉੱਡੂਗਾ ਮੈਂ ਫਰਾਂ ਨਾਲ। ਮੈਂ ਉਹੀ ਗੱਲ ਆ ਗਿਆ ਨਾ, ਫਰ ਤਾਂ ਫਰ ਹੀ ਹੁੰਦੇ। ਉਹ ਕਹਿੰਦੇ ਫਰ ਕਿਹੜੇ? ਕਹਿੰਦਾ ਸਰਕਾਰ ਮੈਂ ਹੀ ਚਲਾਊਂਗਾ, ਮੈਂ ਕਿਸੇ ਨੂੰ ਡਿਪਟੀ ਮੁੱਖ ਮੰਤਰੀ ਨੂੰ ਨੇੜੇ ਆਉਣ ਦਾ। ਅੱਛਾ, ਵੀ ਉਹ ਦਸਖਤ ਨਾ ਕਰਾ ਕੇ ਨਾ ਕਹਿੰਦਾ ਮੈਂ ਆਪਦਾ ਕਰੋਨਾ ਪੈਨ ਦੇ ਰਾਹੀਂ ਤੇ ਕਾਗਜ਼ਾਂ ਰਾਹੀਂ ਭੇਜੂਗਾ। ਨਾ, ਮੈਂ ਕਹਿੰਦਾ ਆ ਹੁਣ ਨਵਾਂ ਕਰਤਾ ਨਾ ਵੀਡੀਓ ਕਾਲ। ਆਨਲਾਈਨ ਕਹਿੰਦਾ ਮੈਂ ਸਰਕਾਰ ਚਲਾਊਂਗਾ। ਅੱਛਾ। ਹੁਣ ਜੀ ਉਹ ਆਨਲਾਈਨ ਸਰਕਾਰ ਚਲਾਊ ਕਿੰਨੇ ਕੁ ਦਿਨ ਚੱਲਦੀ ਹੈ, ਇਹ ਤਾਂ ਹੁਣ ਅਮਿਤ ਸ਼ਾਹ ਹੋਰੀ ਦੇਖਣਗੇ ਵੀ ਇਹ ਤੋਂ ਬਾਅਦ ਹੁੰਦਾ ਕੀ ਹੈ। ਤੇ ਢਿੱਲੋਂ ਸਾਹਿਬ, ਲੰਗਰ ਨੂੰ ਸਸਤਾ ਰਾਸ਼ਨ ਮੁਹੱਈਆ ਕਰਨ ਸੰਬੰਧੀ ਜਿਹੜਾ ਪਿੱਛੇ ਜੇ ਐਲਾਨ ਹੋਇਆ ਸੀਗਾ, ਬੜੇ ਪ੍ਰੈਸ ਨੋਟ ਵੀ ਆਏ ਸੀ, ਧੰਨਵਾਦ ਵੀ ਕੀਤੇ। ਦੱਸ ਵੀ ਦਿਓ ਕੀ ਨੇ ਬੀਬਾ ਜੀ ਆਪਣੇ ਹਰਸਿਮਰਤ ਕੌਰ ਬਾਦਲ ਵੀ, ਮੈਂ ਮੰਗ ਕੀਤੀ ਤੇ ਮੇਰੀ ਮੰਗ ਜਿਹੜੀ ਉਹ ਪ੍ਰਵਾਨ ਹੋ ਗਈ ਤੇ ਮੈਂ ਧੰਨਵਾਦ ਕਰਦੀ ਹਾਂ। ਉਹ ਲੱਗਿਆ ਸਿਰੇ ਜੀ ਕੁਛ? ਮੈਂ ਤਾਂ ਵੈਸੇ ਨਹੀਂ ਆਪਦੇ ਬਾਰੇ ਆਪਣੇ ਵੱਲੋਂ ਕੁਝ ਕਹਿ ਸਕਦਾ। ਉਹਦੇ ਵਿੱਚ ਬੀਬਾ ਜੀ ਨੇ ਸ਼ਾਇਦ ਇਹ ਗੱਲ ਕਹੀ ਸੀਗੀ ਵੀ ਆਪਣਾ ਕਣਕ, ਚੌਲ, ਜੋ ਵੀ ਰਾਸ਼ਨ ਵਾਲੇ ਡਿਪੂ ਤੇ ਹੁੰਦਾ, ਜੋ ਵੀ ਰਾਸ਼ਨ ਵਾਲੇ ਡਿਪੂ ਤੇ ਜਿਸ ਰੇਟ ਦੇ ਉੱਤੇ ਅਸੀਂ ਗਰੀਬਾਂ ਨੂੰ ਦਿੰਦੇ ਹਾਂ, ਉਸੇ ਰੇਟ ਦੇ ਉੱਤੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂ ਵੀ ਲੰਗਰ ਜਿਹੜੇ ਲਾਉਂਦੇ ਆ ਉਹਨਾਂ ਨੂੰ ਦੇ ਦਾਂਗੇ। ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਸੀ ਤੇ ਉਹਨਾਂ ਨੇ ਪ੍ਰਵਾਨ ਕਰ ਲਈ ਜੀ। ਹੁਣ ਉਹਦੀ ਫੈਸਲਾ ਕਿੰਨਾ ਕੁ ਸਿਰੇ ਚੜਿਆ। ਪੱਤਰਕਾਰ ਭਾਈਚਾਰਾ ਤੁਹਾਨੂੰ ਪਤਾ ਵੀ ਅੱਜ ਕੱਲ ਕਰੋਨੇ ਤੋਂ ਬਿਨਾ ਫਿਰ ਹੁਣ ਕਰੇ ਵੀ ਕਿ ਨੌਂਦਰਾ ਮਾਰ ਕੇ ਲੱਭਦਾ। ਚਲੋ ਆਪਾਂ ਕੋਈ ਨਾ ਕੋਈ ਖਬਰ ਲੱਭ ਲਈਏ ਜੀ। ਪੱਤਰਕਾਰ ਜੀ ਫਿਰ ਖਬਰਾਂ ਵਾਲੇ ਪਾਸੇ ਨੂੰ ਪੈ ਗਏ ਜੀ। ਪਹਿਲਾਂ ਉਹਨਾਂ ਨੇ ਸਪੀਡ ਵਰਕ ਕੀਤਾ ਜੀ ਵੀ ਕਿੰਨਾ ਕੁ ਸਮਾਨ ਪਹੁੰਚਦਾ, ਕੀ ਕੁਛ ਹੈ, ਆਪਾਂ ਦੇਖੀ ਤਾਂ ਸਹੀ। ਉਹਨਾਂ ਨੇ ਫਿਰ ਇਹੀ ਦੇਖ ਲਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਜੀ, ਇਹਦਾ ਖਰਚਾ ਕਿੰਨਾ ਕੁ ਆਉਂਦਾ ਤੇ ਪਤਾ ਇਹ ਲੱਗਿਆ ਜੀ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਜੀ ਗੁਰੂ ਘਰ ਤਾਂ ਬਹੁਤ ਹੋਣਗੇ, ਲੇਕਿਨ 80 ਦੇ ਕਰੀਬ ਗੁਰਦੁਆਰਾ ਸਾਹਿਬਾਨ ਹੈ ਜਿਨ੍ਹਾਂ ਦੇ ਵਿੱਚੋਂ ਲੰਗਰ ਤਿਆਰ ਹੋ ਕੇ ਲੋਕਾਂ ਨੂੰ ਵਰਤਾਇਆ ਜਾਂਦਾ ਹੈ ਜੀ। ਇਹ ਕਹਿੰਦੇ ਵੀ 1.5 ਤੋਂ 2 ਲੱਖ ਲੋਕਾਂ ਲਈ ਡੇਲੀ ਲੰਗਰ ਇਹਨਾਂ ਗੁਰੂ ਘਰਾਂ 'ਚੋਂ ਤਿਆਰ ਹੁੰਦਾ ਹੈ ਔਰ ਵਰਤਾਇਆ ਜਾਂਦਾ। ਤੇ ਇਹਦੀ ਜਿਹੜੀ ਹੈਗੀ ਹੈ ਮੋਟੀ ਜੀ ਜਿਹੜੀ ਉਹਨੇ ਕਹਿੰਦੀ ਕੀਮਤ ਕਿੰਨੀ ਕੁ ਹੈ, ਜਿਹੜੀ ਖਰਚਾ ਆਉਂਦਾ ਹੈ, ਕਿਉਂਕਿ ਬਾਕੀ ਤਾਂ ਮੁਫਤੀ ਦਿੰਦੇ, ਮੁਫਤੀ ਦੇਣਾ ਹੁੰਦਾ, ਗੁਰੂ ਕਾ ਲੰਗਰ ਹੈ। ਖਰਚਾ ਇਹਦੇ ਤੇ ਕਿੰਨਾ ਆਉਂਦਾ ਪਤਾ ਲੱਗਿਆ ਜੀ, ਖਰਚਾ 17-18 ਲੱਖ ਰੁਪਇਆ ਰੋਜ਼ ਦਾ ਹੈ। ਅੱਛਾ ਜੀ। ਉਹ ਲੰਗਰ ਛਕਾਇਆ ਜਾਂਦਾ ਹੈ। ਇਹਦੇ ਨਾਲ ਹੀ ਦਰਬਾਰ ਸਾਹਿਬ ਕੰਪਲੈਕਸ, ਜਿਹਨੂੰ ਆਪਾਂ ਹਰਿਮੰਦਰ ਸਾਹਿਬ ਜਿੱਥੇ ਸੁਸ਼ੋਭਿਤ ਹੈਗੇ, ਅਕਾਲ ਤਖਤ ਸਾਹਿਬ ਵੀ ਸੁਸ਼ੋਭਿਤ ਹੈ, ਤੇ ਗੁਰਦੁਆਰਾ ਸ਼ਹੀਦਾਂ ਇੱਥੇ ਵੀ ਰੋਜ਼ਾਨਾ 30-35 ਹਜ਼ਾਰ ਬੰਦਾ ਜਿਹੜਾ ਉਹ ਲੰਗਰ ਛਕ ਰਿਹਾ ਔਰ ਇਹਦੇ ਤੇ ਵੀ ਖਰਚਾ ਤਾਂ ਆਉਂਦਾ ਹੀ ਹੈ। ਤਾਂ ਫਿਰ ਪੱਤਰਕਾਰਾਂ ਨੇ ਦੇਖ ਕੇ ਸਾਰਾ ਹਿਸਾਬ ਕਿਤਾਬ ਲਾ ਕੇ ਵੀ ਇੰਨੀ ਕਣਕ, ਇੰਨੇ ਚੌਲ, ਇੰਨਾ ਘਿਓ, ਇਹ ਸਾਰਾ ਕੁਛ ਲੱਗਦਾ ਤੇ ਇਹਦੇ 'ਚ
ਜਿਹੜਾ ਕੰਟਰੋਲ ਰੇਟ ਤੇ ਸਰਕਾਰੀ ਕੁਝ ਮਿਲਦਾ ਕਿ ਨਹੀਂ ਮਿਲਦਾ। ਪਹਿਲੀ ਗੱਲ ਤਾਂ ਤੁਸੀਂ ਦੇਖਿਆ ਹੋਣਾ, ਚਲੋ ਉਹ ਤਾਂ ਆਪਾਂ ਮਗਰੋਂ ਗੱਲ ਕਰ ਲੈਣੇ। ਕੰਟਰੋਲ ਰੇਟ ਵਾਲੀ ਗੱਲ, ਇਹ 2 ਬੰਦੇ ਨੇ ਅਪੀਲਾਂ ਕੀਤੀਆਂ। ਸੁਖਬੀਰ ਸਿੰਘ ਬਾਦਲ ਤੇ ਇੱਕ ਤਾਂ ਚਲੋ ਸੁਖਬੀਰ ਸਿੰਘ ਬਾਦਲ ਤੋਂ ਪਹਿਲਾਂ ਮੈਂ ਕਹੂੰਗਾ ਗੋਬਿੰਦ ਸਿੰਘ ਲੌਂਗੋਵਾਲ ਜੀ। ਗੋਬਿੰਦ ਸਿੰਘ ਲੌਂਗੋਵਾਲ ਅਕਾਲੀ ਦਲ ਦੇ ਭਾਵੇਂ ਲੀਡਰ ਵੀ ਹੈ, ਪਰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਜੀ। ਆਮ ਤੌਰ ਤੇ ਆਪਾਂ ਦੇਖਿਆ ਨਿਯਮ ਅਸੂਲ ਇਹੀ ਹੈ ਕਿ ਜਦੋਂ ਲੰਗਰ ਵਾਸਤੇ ਰਾਸ਼ਨ ਦੀ ਲੋੜ ਪੈਂਦੀ ਹੈ, ਖਾਸ ਕਰਕੇ ਜਿਹੜੇ ਆਹ ਦਿਨ ਹੈਗੇ ਜੀ ਜੀ, ਜਦੋਂ ਹਾੜੀ ਦੀ ਫਸਲ ਆਉਂਦੀ ਹੈ, ਉਦੋਂ ਲੋਕ ਵੱਡੀ ਪੱਧਰ ਦੇ ਉੱਤੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਭੇਜਦੇ ਹੈ, ਕਣਕ ਭੇਜਦੇ ਹੈ। ਉਹਨਾਂ ਨੇ ਅਪੀਲ ਕਰਤੀ ਵੀ ਭਾਈ ਮੌਸਮ ਆ ਗਿਆ ਹਾੜੀ ਦਾ, ਤੇ ਤੁਸੀਂ ਅਪੀਲ ਲੈ ਕੇ ਆਓ, ਦੇ ਕੇ ਆਇਓ ਕਣਕ ਵਗੈਰਾ ਦੇ ਕੇ ਆਇਓ ਪਹਿਲਾਂ ਦੀ ਤਰ੍ਹਾਂ ਹੀ। ਪਰ ਹੁਣ ਅੱਜ ਕੱਲ ਜਿਹੜਾ ਹੈਗਾ ਦਿਖਾਇਆ ਤਾਂ ਇਹ ਜਾ ਰਿਹਾ ਕਿ ਸੁਖਬੀਰ ਸਿੰਘ ਬਾਦਲ ਹੁਣੀ ਕੁਝ ਧਾਰਮਿਕ ਜ਼ਿਆਦਾ ਹੀ ਹੋਏ ਵੇ। ਧਾਰਮਿਕ ਉਦੋਂ ਪ੍ਰਧਾਨ ਮੰਤਰੀ ਨਾਲ ਕਰਨੀ ਸੀ ਤਾਂ ਦਾੜੀ ਬੰਨੀ ਹੋਈ ਸੀ, ਤੇ ਦਾੜਾ ਪ੍ਰਕਾਸ਼ ਵੀ ਕਰ ਲੈਂਦੇ ਤੇ ਗਾਤਰਾ ਵੀ ਉੱਤੋਂ ਪਾ ਲੈਂਦੇ। ਹਾਂ, ਉਹ ਦਿਖਾ ਵੀ ਲੈਂਦੇ, ਮਤਲਬ ਲੋਕਾਂ ਨੂੰ ਪਤਾ ਵੀ ਲੱਗ ਜਾਂਦਾ ਵੀ ਪਾਇਆ ਹੋਇਆ। ਤਾਂ ਉਹਨਾਂ ਨੇ ਫਿਰ ਇੱਕ ਅਪੀਲ ਆਪ ਕਰਤੀ ਜੀ ਕਿ ਜੀ ਤੁਸੀਂ ਜ਼ਰੂਰ ਜਿਹੜਾ ਹੈਗਾ ਲੰਗਰ ਦਿਓ। ਇਹਦੇ ਤੇ ਬਾਕੀ ਗੱਲ ਤਾਂ ਛੱਡ ਦਿਓ, ਇੱਕ ਮੈਂ ਇਹਦੇ ਤੇ ਕੀ ਹੈ ਤੁਹਾਡਾ ਰੇਡੀਓ ਤੇ ਇੰਟਰਵਿਊ ਸੁਣੀ ਸੀ। ਉਹ ਇੰਟਰਵਿਊ ਕੀਤੀ ਸੀ ਇੱਕ ਤਾਂ ਮਨਜੀਤ ਸਿੰਘ ਜੀ ਕੇ ਨਾਲ ਇੱਕੋ ਟਾਈਮ ਤੇ ਦੂਜੇ ਸੀ ਨਾਲ ਬਲਵੰਤ ਸਿੰਘ ਰਾਮੂ ਵਾਲੀਆ, ਸ਼ਾਇਦ ਅੰਮ੍ਰਿਤਸਰ ਦਾ ਉਹ ਰੇਡੀਓ ਹੈ। ਉਹਨਾਂ ਨੇ ਇੰਟਰਵਿਊ ਕੀਤੀ ਤੇ ਉਹਨੇ ਕਿਹਾ ਜੀ ਵੀ ਆ ਪ੍ਰਧਾਨ ਸਾਹਿਬ ਨੇ ਅਪੀਲ ਕੀਤੀ ਹੈ ਤੇ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਜੀ। ਹੁਣ ਬਲਵੰਤ ਸਿੰਘ ਰਾਮੂ ਵਾਲੀਆ ਵੀ ਤੁਹਾਨੂੰ ਪਤਾ ਹੈ ਵੀ ਐਨ ਰੜ ਕੇ ਕੜਿਆ ਹੋਇਆ ਤੇ ਗੱਲ ਬੜੀ ਖਿੱਚ ਕੇ ਕਰਦਾ। ਉਹ ਕਹਿੰਦਾ ਵੀ ਗੱਲ ਇਹ ਵੀ ਇੱਕ ਬੱਚਾ ਨਾ ਗੁੜ ਖਾਂਦਾ ਹੁੰਦਾ ਸੀ। ਅੱਛਾ ਜੀ। ਜਦੋਂ ਉਹਨੂੰ ਸਵਾਲ ਕੀਤਾ ਵੀ ਤੁਸੀਂ ਦੱਸੋ ਠੀਕ ਆ, ਕਹਿੰਦਾ ਗੁੜ ਖਾਂਦਾ ਹੁੰਦਾ ਸੀ ਤੇ ਗੁੜ ਖਾਣ ਤੋਂ ਬਾਅਦ ਥੋੜਾ ਜਿਹਾ ਫੋੜੇ ਫਿਨਸੀਆਂ ਹੋ ਜਾਂਦੇ, ਮੂੰਹ ਤੇ ਹੋਈ ਪਿਲਕਰੇ ਜੇ ਹੋ ਜਾਂਦੇ। ਤੇ ਮਾਤਾ ਉਹਦੀ ਬੜੀ ਮਤਲਬ ਫਿਕਰਮੰਦ ਸੀ। ਉਹ ਡੇਰੇ ਦੇ ਇੱਕ ਸਾਧ ਕੋਲੇ ਲੈ ਗਈ, ਕਹਿੰਦੀ ਬਾਬਾ ਜੀ ਇਹ ਖਾਂਦਾ ਗੁੜ, ਇਹ ਕਿਰਪਾ ਕਰਕੇ ਤੁਸੀਂ ਇਹਨੂੰ ਸਮਝਾਓ ਤੇ ਇਹਦਾ ਗੁੜ ਛੁਡਾਓ ਜੀ। ਉਹਦਾ ਭਾਈ ਕੱਲ ਨੂੰ ਆ ਜੀ। ਉਹ ਆਦੀ ਠੀਕ ਹੈ। ਅਗਲੇ ਦਿਨ ਉਹ ਫੇਰ ਗਈ, ਉਹਨਾਂ ਨੇ ਸਿਰ ਪਲੂਸ ਕੇ ਤੇ ਬਾਬਾ ਜੀ ਨੇ ਛਿੜ ਕੇ ਪਿਆਰ ਕਰਕੇ ਉਹਨੂੰ ਬੱਚੇ ਨੂੰ ਕਹਿੰਦਾ ਲੈ ਵੀ ਕਾਕਾ ਇਹ ਬਹੁਤ ਮਾੜੀ ਚੀਜ਼ ਹੈ, ਤੂੰ ਗੁੜ ਨਾ ਖਾਇਆ ਕਰ। ਬੱਚੇ ਨੇ ਸਿਰ ਫੇਰਤਾ। ਮਾਂ ਕਹਿੰਦੀ ਵੀ ਬਾਬਾ ਤੂੰ ਮੇਰੀਆਂ ਲੱਤਾਂ ਕਿਉਂ ਕਢਾਈਆਂ, ਕੱਲ ਵੀ ਤੂੰ ਆਹੀ ਕੁਛ ਕਹਿਣਾ ਸੀ, ਅੱਜ ਕਹਿ ਤੇ ਤੂੰ ਕੱਲ ਹੀ ਕਹਿ ਦਿੰਦਾ ਤੇ ਅੱਜ ਮੈਨੂੰ ਇੱਥੇ ਫਿਰ ਦੁਬਾਰਾ ਕਿਉਂ ਸੱਦਿਆ। ਉਹਦਾ ਵੀ ਭਗਵਾਨ ਨੇ ਗੱਲ ਇਹ ਹੈ ਤੂੰ ਸਿਆਣੀ ਬੀਬੀ ਹੈ, ਮੈਂ ਹੁਣ ਤੈਨੂੰ ਕੀ ਦੱਸਾਂ, ਉਦੋਂ ਮੈਂ ਦਾਗੀ ਸੀ, ਮੈਂ ਗੁੜ ਖਾਂਦਾ ਸੀ। ਕਹਿੰਦੀ ਕੀ ਹੋਗਾ, ਮੈਂ ਆਪ ਖਾਂਦਾ ਸੀ, ਮੇਰਾ ਖਾਧਾ ਹੋਇਆ ਸੀ। ਜਿਹਦੇ ਪੇਟ ਦੇ ਵਿੱਚ ਆਪਦੇ ਚ ਗੁੜ ਪਿਆ ਹੋਵੇ, ਜੇ ਹਜਮ ਨਾ ਹੋਇਆ ਹੋਵੇ ਤੇ ਦੂਜੇ ਨੂੰ ਕਿਵੇਂ ਕਹਦੇ। ਕਹਿੰਦਾ ਵੀ ਮੇਰੀ ਜ਼ਮੀਰ ਨੇ ਆਗਿਆ ਨਹੀਂ ਦਿੱਤੀ। ਤੇ ਰਾਮੂ ਵਾਲੀਏ ਨੇ ਸਵਾਲ ਖੜਾ ਕਰਤਾ। ਉਹ ਕਹਿੰਦਾ ਜੀ ਪਹਿਲਾਂ ਐਂ ਦੱਸੋ ਵੀ ਪ੍ਰਧਾਨ ਸਾਹਿਬ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਰਾ ਜਿਹੜਾ ਹੈਗਾ ਹਿਸਾਬ ਕਿਤਾਬ ਤਾਂ ਆਉਂਦਾ ਅਕਾਲੀ ਦਲ ਕੋਲੇ। ਹੁਣ ਜੇ ਆਪਣੇ ਕੋਲੇ ਪ੍ਰੈਸ ਨੋਟ ਵੀ ਆਉਂਦੇ, ਉਹ ਵੀ ਅਕਾਲੀ ਦਲ ਤੋਂ ਹੀ ਆਉਂਦੇ, ਅਕਾਲੀ ਦਲ ਤੋਂ ਆਉਂਦੇ। ਉਹ ਕਹਿੰਦਾ ਵੀ ਜਿਹਦਾ ਸਾਰਾ ਆਪਦਾ ਖਰਚਾ ਪਾਣੀ ਪਾਰਟੀ ਦਾ ਵੀ ਉੱਥੋਂ ਚੱਲਦਾ ਹੈ, ਉਹਨੂੰ ਤਾਂ ਭਾਈ ਹੱਕ ਹੀ ਨਹੀਂ ਵੀ ਉਹ ਲੋਕਾਂ ਨੂੰ ਕੁਛ ਕਵੇ। ਅਗਲੀ ਗੱਲ ਉਹ ਕਹਿੰਦੇ ਵੀ ਇਹਨਾਂ ਨੇ ਆਪ ਕਿੰਨਾ ਕੁ ਦਾਨ ਕੀਤਾ, ਉਹ ਦੱਸ ਦਿਓ, ਇਹ ਦੱਸ ਦਿਓ। ਕਹਿੰਦਾ ਵੀ ਸਹੁੰ ਪਾ ਕੇ, ਰਾਮੂ ਵਾਲੀਆ ਕਹਿੰਦਾ ਵੀ ਸਹੁੰ ਪਾ ਕੇ ਦੱਸ ਦੇ। ਫੇਰ ਜੀ ਉਹਨਾਂ ਨੇ ਜੀਕੇ ਨੂੰ ਪੁੱਛ ਲਿਆ ਵੀ ਜੀਕੇ ਸਾਹਿਬ ਤੁਸੀਂ ਦੱਸੋ। ਉਹ ਜੀਕੇ ਸਾਹਿਬ ਬਸ ਮਤਲਬ ਉਹਨਾਂ ਨੇ ਸਿੱਧਾ ਨਾਂ ਤਾਂ ਨਹੀਂ ਲਿਆ, ਪਰ ਉਹ ਫਿਰ ਕਹਿ ਕੇ ਕਹਿੰਦੇ ਜੀ ਕੁਛ ਪਿਛਲੇ ਸਮੇਂ ਦੇ ਵਿੱਚ ਕੁਛ ਅਖਬਾਰਾਂ ਵੀ ਇਸ਼ਤਿਹਾਰ ਵੀ ਜਿਹੜੇ ਜੀ ਫਿਰ ਉਹ ਵੀ ਦਿੱਲੀ ਵਾਲੀ ਕਮੇਟੀ ਕੋਲ ਸਾਡੇ ਵੇਲੇ ਵੀ ਆਉਂਦੇ ਰਹੇ ਆ। ਉਹ ਹੁਣ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ ਸਾਰਾ ਕੁਛ। ਸੋ ਉਹ ਹੁਣ ਜਿਹੜਾ ਸਾਰਾ ਕੁਛ ਜਦੋਂ ਇਹਨਾਂ ਨੇ ਕੀਤਾ ਕਰਾਇਆ ਜੀ ਵੀ ਅਪੀਲਾਂ ਤਾਂ ਇਹ ਕਰਦੇ ਰਹੇ ਗਏ। ਪਰ ਅਮਰਜੀਤ ਸਿੰਘ ਮਹਿਤਾ ਜੀ, ਅਮਰਜੀਤ ਸਿੰਘ ਚਾਵਲਾ ਹਾਂ ਅਮਰਜੀਤ ਸਿੰਘ ਚਾਵਲਾ ਹੈ। ਚਾਵਲਾ ਸਾਹਿਬ ਨੂੰ ਪੱਤਰਕਾਰਾਂ ਨੇ ਪੁੱਛ ਲਿਆ ਬਈ ਤੁਹਾਨੂੰ ਤਾਂ ਜੀ ਫਿਰ ਕੇਂਦਰ ਨੇ ਸਸਤਾ ਦਿੱਤਾ ਸਮਾਨ, ਤੇ ਕਿੰਨਾ ਕੁ ਪਹੁੰਚ ਗਿਆ ਇਹਦੇ ਕੋਲੇ, ਤੁਸੀਂ ਕਿਰਪਾ ਕਰਕੇ ਸਾਨੂੰ ਦੱਸੋ ਨਾ। ਰਜਿੰਦਰ ਸਿੰਘ ਮਹਿਤਾ ਜੀ, ਰਜਿੰਦਰ ਸਿੰਘ ਮਹਿਤਾ ਇਹ ਸੀਨੀਅਰ ਮੀਤ ਪ੍ਰਧਾਨ ਹੈ। ਇਹ ਲੌਂਗੋਵਾਲ ਸਾਹਿਬ ਤੋਂ ਬਾਅਦ ਦੂਜੀ ਪੋਜੀਸ਼ਨ ਹੈ ਇਹਨਾਂ ਦੀ, ਭਾਈ ਗੋਬਿੰਦ ਸਿੰਘ ਲੌਂਗੋਵਾਲ ਤੋਂ ਬਾਅਦ। ਤੇ ਮਹਿਤਾ ਸਾਹਿਬ ਨੂੰ ਪੁੱਛਿਆ, ਮਹਿਤਾ ਸਾਹਿਬ ਕਹਿੰਦੇ ਵੀ ਨਾ ਤਾਂ ਅਜੇ ਤੱਕ ਸਾਡੇ ਕੋਲ ਕੋਈ ਚਿੱਠੀ ਆਈ ਹੈ ਪ੍ਰਵਾਨਗੀ ਦੀ ਵੀ ਤੁਹਾਨੂੰ ਪ੍ਰਵਾਨਗੀ ਦੇਤੀ, ਨਾ ਕਹਿੰਦਾ ਮੈਂ ਕੋਈ ਨੋਟੀਫਿਕੇਸ਼ਨ ਹਾਲੇ ਤੱਕ ਪੜ੍ਹੇ ਤੇ ਗੱਲਾਂ ਹੀ ਸਾਡੇ ਕੋਲੇ ਕਹਿੰਦੇ ਕੱਖ ਨਹੀਂ ਆਇਆ। ਉਹ ਕਹਿੰਦੇ ਬੀਬਾ ਜੀ ਦਾ ਚਲੋ ਉਹਨਾਂ ਨੇ ਤਾਂ ਨਹੀਂ ਕਿਹਾ, ਆਪਾਂ ਬੀਬਾ ਜੀ ਦੇ ਬਿਆਨ ਆਪਾਂ ਪੜ੍ਹੀਏ। ਆਪਣੇ ਕੋਲੇ ਵੀ ਬਿਆਨ ਆਉਂਦੇ ਰਹਿੰਦੇ ਆ, ਸਾਰਿਆਂ ਕੋਲੇ ਪੱਤਰਕਾਰਾਂ ਕੋਲੇ ਆਉਂਦੇ ਆ, ਅਖਬਾਰਾਂ ਕੋਲੇ ਆਉਂਦੇ ਰਹਿੰਦੇ। ਤੇ ਉਹ ਅਜੇ ਤੱਕ ਜੀ ਉਹ ਸ਼੍ਰੋਮਣੀ ਕਮੇਟੀ ਕੋਲੇ ਕੁਛ ਨਹੀਂ ਪਹੁੰਚਿਆ।
ਮੈਨੂੰ ਲੱਗਦਾ ਪਹੁੰਚਣਾ ਵੀ ਨਹੀਂ ਫਿਰ ਚਲੋ ਇਹ ਤਾਂ ਵੱਖਰੀ ਗੱਲ ਹੈ। ਉਹ ਆਪਣੇ ਪਹਿਲਾਂ ਵੀ ਲੰਗਰ ਹੁਣ ਮੈਂ ਉਹੀ ਹੈਰਾਨ ਹੈ ਕਿ ਢਿੱਲੋਂ ਸਾਹਿਬ ਲੰਗਰ ਗੁਰੂ ਘਰ ਦੇ ਲੰਗਰ ਬੜੀ ਹੌਲੀ ਹੌਲੀ ਚੱਲਣਾ ਚਾਹੀਦਾ ਸੀ। ਇਹ ਵੀ ਮੈਨੂੰ ਲੱਗਦਾ ਇੱਕ ਨਾ ਕ੍ਰੈਡਿਟ ਵਾਰ ਦੇ ਚੱਕਰ ਦੇ ਵਿੱਚ ਜਿਹੜਾ ਲੰਗਰ ਦੀ ਬੇਕਦਰੀ ਹੋ ਰਹੀ ਹੈ ਨਾ ਜੀ, ਇਹ ਵੀ ਇੱਕ ਆਪਣੇ 'ਚ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਹਾਂ ਬਿਲਕੁਲ, ਇਹਦੇ 'ਚ ਕੋਈ ਸ਼ੱਕ ਨਹੀਂ, ਲੰਗਰ ਦੀ ਬੇਕਦਰੀ ਵੀ ਹੁੰਦੀ ਆ। ਔਰ ਪਹਿਲਾਂ ਤਾਂ ਲੰਗਰ ਸੀ ਜਾ ਕੇ ਗਲੀਆਂ 'ਚ ਵੰਡਣਾ ਹੀ ਸ਼ੁਰੂ ਕਰਤਾ ਸੀ। ਫਿਰ ਕਿਸੇ ਸਿਆਣੇ ਬੰਦੇ ਨੇ ਗੱਲ ਕੀਤੀ ਵੀ ਇਹ ਨਾ ਤੁਸੀਂ ਲੋੜਵੰਦਾਂ ਨੂੰ ਕਹਿ ਦਿਓ ਤੁਸੀਂ ਆ ਜਾਓ ਭਾਈ, ਆ ਭਾਈ ਕੇ ਛਕ ਲੈ ਜਾਓ। ਇੱਕ ਗੱਲ ਹੈ ਨਾ, ਜਦੋਂ ਕਿਸੇ ਨੂੰ ਅਸੀਂ ਵੰਡਣ ਵੀ ਜਾਂਦੇ ਆ ਉਦੋਂ ਬੰਦੇ ਨੂੰ ਹੀਨਤਾ ਦਾ ਸਾਹਮਣਾ ਕਰਨਾ ਪੈਂਦਾ। ਹਾਂਜੀ, ਗੁਰੂ ਘਰ ਇੱਕ ਅਜਿਹੀ ਚੀਜ਼ ਹੈ, ਉੱਥੇ ਹਰ ਜਿਹੜਾ ਆ ਗਿਆ ਉਹਨੇ ਬਹਿਣਾ ਹੀ ਬੈਠਣਾ, ਬੈਠੋ ਜੀ ਬਹਿਣ ਨੂੰ ਕੋਈ ਰੌਲਾ ਨਹੀਂਗਾ, ਚਾਹੀਦਾ ਹੀ ਗੁਰੂ ਘਰਾਂ ਦੇ ਵਿੱਚ ਹੈ, ਇਹ ਜ਼ਰੂਰੀ ਹੁੰਦਾ। ਚਲੋ ਠੀਕ ਹੈ, ਜਿਹੜਾ ਬਾਕੀ ਲੰਗਰ ਤਕਸੀਮ ਕਰਨਾ ਉਹ ਸੰਸਥਾਵਾਂ ਕਰ ਦੇਣ, ਬਥੇਰੀਆਂ ਸੰਸਥਾਵਾਂ ਹੈਗੀਆਂ। ਤੇ ਤਾਲਾਬੰਦੀ ਦੇ ਭਿਆਨਕ ਨਤੀਜੇ ਹੋਣਗੇ, ਕਹਿੰਦੇ ਉਹ ਤਾਂ ਚੰਗੀ ਹੈ ਕਹਿੰਦੇ, ਪਰ ਨਤੀਜੇ ਭਿਆਨਕ ਹੋਣਗੇ। ਦੇਖੋ, ਸਰਦਾਰ ਪ੍ਰਕਾਸ਼ ਸਿੰਘ ਬਾਦਲ 5 ਵਾਰੀ ਮੁੱਖ ਮੰਤਰੀ ਰਹੇ ਜੀ, ਇੱਕ ਵਾਰੀ ਉਹ ਕੇਂਦਰ ਦੇ ਵਿੱਚ ਵਜ਼ੀਰ ਵੀ ਰਹੇ। ਬੰਦੇ ਉਮਰ ਦੇ ਲਿਹਾਜ਼ ਨਾਲ ਉਹਨਾਂ ਨੂੰ ਸਿਆਣ ਕਾਫੀ ਆ ਗਈ ਹੈ ਜੀ, ਤੇ ਤਜਰਬੇ ਦੇ ਲਿਹਾਜ਼ ਨਾਲ ਵੀ ਆਪਾਂ ਜੇ ਕਹਿ ਦਈਏ ਤਾਂ ਇੰਨਾ ਤਜਰਬਾ ਹੋਰ ਕਿਸੇ ਸਿਆਸਤਦਾਨ ਕੋਲ ਹੈ ਨਹੀਂ। ਮਤਲਬ ਹੈ ਤਾਂ ਰੀਜਨਲ ਲੀਡਰ, ਭਾਵੇਂ ਉਹ ਰੀਜਨਲ ਹੈ, ਪਰ ਉਹਨਾਂ ਦਾ ਜਿਹੜਾ ਕੱਦ ਬੁੱਤ ਹੈ ਉਹ ਕੌਮੀ ਲੀਡਰਾਂ ਤੋਂ ਘੱਟ ਨਹੀਂ ਜੀ। ਅੱਜ ਦੇ ਜਿਹੜੇ ਜਿਉਂਦੇ ਕੌਮੀ ਲੀਡਰ ਹੈ ਉਹਨਾਂ ਦੇ ਵਿੱਚ ਉਹਨਾਂ ਦੀ ਪਛਾਣ ਹੈ। ਕਈ ਵਾਰੀ ਆਪਾਂ ਦੇਖਿਆ ਵੀ ਜਦੋਂ ਨੋਮੀਨੇਸ਼ਨ ਪੇਪਰ ਫਾਈਲ ਕੀਤੇ ਅਮਿਤ ਸ਼ਾਹ ਨੇ ਔਰ ਨਰਿੰਦਰ ਮੋਦੀ ਸਾਹਿਬ ਨੇ, ਦੋਵਾਂ ਥਾਵਾਂ ਤੇ ਬਾਦਲ ਸਾਹਿਬ ਨੋਮੀਨੇਸ਼ਨ ਪੇਪਰ ਫਾਈਲ ਕਰਾਉਣ ਗਏ ਸੀ। ਔਰ ਇਹ ਜਨਤਕ ਤੌਰ ਤੇ ਦੋਨਾਂ ਲੀਡਰਾਂ ਨੇ ਆ ਕੇ ਬਾਦਲ ਸਾਹਿਬ ਦੇ ਪੈਰੀਂ ਹੱਥ ਲਾਏ ਸੀ, ਉਹਨਾਂ ਤੋਂ ਆਸ਼ੀਰਵਾਦ ਲਿਆ ਸੀ। ਸੋ ਇਹਨਾਂ ਸੀਨੀਅਰ ਸ਼ਖਸ ਸਾਡੇ ਦਾ ਚਲੋ ਸਤਿਕਾਰਤ ਹੈ, ਪੰਜਾਬ ਦੇ ਲੀਡਰ ਹੈ ਜੀ ਜੀ, ਉਹਨਾਂ ਦੀ ਜਿਹੜੀ ਸਟੇਟਮੈਂਟ ਹੈ ਉਹ ਸਟੇਟਮੈਂਟ ਕੋਈ ਅਰਥ ਰੱਖਦੀ ਹੈ। ਇਹ ਗੱਲ ਉਹਨਾਂ ਨੇ ਬਿਲਕੁਲ ਦਰੁਸਤ ਕਹਿਤੀ ਕਿ ਕਰੋਨਾ ਵਾਇਰਸ ਤੋਂ ਬਚਣ ਦਾ ਹੋਰ ਕੋਈ ਚਾਰਾ ਨਹੀਂ ਜੀ, ਸਿਰਫ ਤੇ ਸਿਰਫ ਇਹੀ ਹੈ ਕਿ ਤੁਸੀਂ ਜਿਹੜੀ ਹੈ ਡਿਸਟੈਂਸ ਰੱਖੋ, ਸੋਸ਼ਲ ਡਿਸਟੈਂਸ, ਤਾਲਾਬੰਦੀ। ਪਰ ਉਹ ਕਹਿੰਦੇ ਵੀ ਤਾਲਾਬੰਦੀ ਦੇ ਨਤੀਜੇ ਬੜੇ ਭਿਆਨਕ ਨਿਕਲਣਗੇ ਜੀ। ਅੱਜ ਤਾਂ ਤਾਲਾਬੰਦੀ ਲਾਗੂ ਹੋਈ ਹੈ ਤੇ ਜਦੋਂ ਤਾਲਾਬੰਦੀ ਚੱਕੀ ਗਈ, ਤਾਲਾਬੰਦੀ ਚੱਕਣ ਤੋਂ ਬਾਅਦ ਦੇਖਿਓ ਫਿਰ ਕੀ ਹੁੰਦਾ ਜੀ। ਔਰ ਬਾਦਲ ਸਾਹਿਬ ਦੇ ਕਿਉਂਕਿ ਰਹਿੰਦੇ ਵੀ ਪਿੰਡ ਹੈ, ਪਿੰਡ ਬਾਦਲ ਦੇ ਵਿੱਚ ਹੈ ਤੇ ਵਿਚਰਦੇ ਵੀ ਆਮ ਲੋਕਾਂ 'ਚ ਹੈ। ਬਿਲਕੁਲ ਬਿਲਕੁਲ। ਉਹਨਾਂ ਨੇ ਕਿਹਾ ਜੀ ਸਭ ਤੋਂ ਜਿਹੜੀ ਮਾੜੀ ਸਥਿਤੀ ਹੋਊਗੀ ਉਹ ਦਿਹਾੜੀਦਾਰ ਮਜ਼ਦੂਰਾਂ ਦੀ ਹੋਊ। ਵੈਸੇ ਨਾਲ ਹੀ ਗੱਲ ਉਹ ਬੋਚ ਵੀ ਗਏ ਵੀ ਦਿਹਾੜੀਦਾਰ ਮਜ਼ਦੂਰਾਂ ਦੀ ਤਾਂ ਹੋਣੀ ਹੈ ਜੀ। ਜਿਹੜੇ ਖਾਂਦੇ ਪੀਂਦੇ ਲੋਕ ਹੈ, ਮਿਡਲ ਕਲਾਸ ਵਾਲੇ ਕਚੂਮਰ ਕਹਿੰਦੇ, ਉਹਨਾਂ ਦਾ ਵੀ ਨਿਕਲਿਆ ਪਿਆ। ਆਪਾਂ ਪਹਿਲਾਂ ਖਬਰ ਇੱਕ ਡਿਸਕਸ ਕੀਤੀ ਸੀ ਕਿ 47 ਕਰੋੜ ਲੋਕ ਉਹ ਹੈ ਜਿਨ੍ਹਾਂ ਦੇ ਕੋਲੇ ਖਰੀਦਣ ਵਾਸਤੇ, ਕੋਈ ਰਾਸ਼ਨ ਪਾਣੀ ਖਰੀਦਣ ਵਾਸਤੇ ਪੈਸਾ ਨਹੀਂ। ਇਹ 47 ਕਰੋੜ ਰੁਪਏ ਉਹ ਲੋਕ ਉਹ ਹੈ ਜਿਹੜੇ ਦਿਹਾੜੀ ਕਰਦੇ ਆ, ਦਿਨੇ ਕਮਾਉਂਦੇ ਆ, ਰਾਤ ਨੂੰ ਲੈ ਕੇ ਆਉਂਦੇ ਆ। 47 ਤੋਂ ਲੈ ਕੇ 87 ਕਰੋੜ ਬੰਦੇ ਜਿਹੜੇ ਹੋਰ ਹੈ, 40 ਕਰੋੜ ਉੱਪਰਲੇ ਹੈ, 40 ਕਰੋੜ ਲੋਕ ਉਹ ਹੈ ਜੀ ਜਿਨ੍ਹਾਂ ਦੇ ਕੋਲੇ 15 ਦਿਨਾਂ ਦਾ ਰਾਸ਼ਨ ਸੀ ਜਾਂ 15 ਦਿਨਾਂ ਦੇ ਪੈਸੇ ਸੀ। ਉਹਨਾਂ ਦੀ ਹੁਣ ਬੁਰੀ ਹਾਲਤ ਹੋਈ ਪਈ। ਔਰ ਜੇ ਅਸੀਂ ਦੇਖੀਏ ਤਾਂ ਬਹੁਤ ਸਾਰੇ ਜਿਹੜੇ ਅਦਾਰੇ ਸੀ ਉਹਨਾਂ ਨੇ ਆਪਣੇ ਮੁਲਾਜ਼ਮਾਂ ਦੀ ਛੰਟੀ ਕਰਨੀ ਸ਼ੁਰੂ ਕਰਤੀ ਹੈ। ਅਖਬਾਰਾਂ ਨੇ ਆਪਣੇ ਮੁਲਾਜ਼ਮਾਂ ਦੀ ਛੰਟੀ ਕਰਨੀ ਸ਼ੁਰੂ ਕਰਤੀ ਹੈ, ਸ਼ੁਰੂ ਹੋ ਗਈ ਜੀ। ਹਾਂਜੀ, ਟੈਲੀਵਿਜ਼ਨ ਵਾਲੇ ਜਿਹੜੇ ਹੈਗੇ ਟੈਲੀਵਿਜ਼ਨ ਚੈਨਲ ਆ ਉਹਨਾਂ ਨੇ ਸ਼ੁਰੂ ਕਰਤੀ। ਉਹ ਸਾਰੇ ਦੇ ਸਾਰੇ ਲੋਕ ਬੇਰੁਜ਼ਗਾਰੀ 'ਚ ਜਾ ਰਹੇ। ਔਰ ਇਹ ਜਿਹੜੀ ਮਾਰ ਆ ਦਾਨੇਵਾਲੀਆ ਸਾਹਿਬ ਜੀ, ਕਿਉਂਕਿ ਇੰਨਾ ਘਾਟਾ ਰੋਜ਼ ਇੰਨਾ ਘਾਟਾ ਪੈਣਾ ਹਜ਼ਾਰਾਂ ਕਰੋੜਾਂ ਰੁਪਈਆਂ 'ਚ, ਤੇ ਗੱਲ ਕਿੱਥੇ ਜੀ ਕਿੱਥੇ ਹੈ। ਬਿਲਕੁਲ। ਤੇ ਜਦੋਂ ਖਤਮ ਹੋ ਗਿਆ ਇਹ ਜਿਹੜੀ ਮਾਲੀ ਸੰਕਟ ਹੈ, ਮਾਲੀ ਸੰਕਟ ਬਹੁਤ ਦੂਰ ਤੱਕ ਜਾਣਾ। ਬਿਲਕੁਲ। ਵਰਲਡ ਬੈਂਕ ਤੇ ਇੰਟਰਨੈਸ਼ਨਲ ਮੋਨੀਟਰ ਫੰਡ ਉਹ ਪਹਿਲਾਂ ਹੀ ਇਹ ਕਹਿ ਕਰ ਚੁੱਕੇ ਕਿ ਏਸ਼ੀਆਈ ਦੇਸ਼ ਹੈ ਜਿਹੜੇ ਖਾਸ ਕਰਕੇ ਦੱਖਣੀ ਏਸ਼ੀਆ ਦੇ ਦੇਸ਼ ਹੈ, ਇਹਨਾਂ ਨੂੰ ਕਈ ਦਹਾਕਿਆਂ ਬਾਅਦ ਐਡੇ ਭਿਆਨਕ ਸੰਕਟ ਦਾ ਸਾਹਮਣਾ ਕਰਨਾ ਪੈਣਾ ਜੀ ਜੀ। ਔਰ ਉਸ ਸੰਕਟ ਤੋਂ ਬਾਅਦ ਜੇ ਹੁਣ ਆਪਾਂ ਦੇਖੀਏ, ਪਹਿਲਾਂ ਵੀ ਬੜੇ ਸੰਕਟ ਆਏ ਆ ਜਿਹਨੂੰ ਅਸੀਂ ਕਹਿ ਸਕਦੇ ਹਾਂ ਮਾਲੀ ਸੰਕਟ। ਬਿਲਕੁਲ ਬਿਲਕੁਲ। ਉਹਦੇ ਵਿੱਚੋਂ ਦੇਸ਼ ਉੱਭਰ ਜਾਂਦਾ ਸੀ, ਪਰ ਹੁਣ ਉੱਭਰਨ ਵਾਲੀ ਗੱਲ ਨਹੀਂ ਹੋਣੀ। ਮੈਨੂੰ ਤਾਂ ਦੁਨੀਆ ਨਹੀਂ ਉੱਭਰਦੀ। ਮੈਨੂੰ ਹਾਂ, ਦੁਨੀਆ ਨਹੀਂ। ਆਪਾਂ ਤਾਂ ਚਲੋ ਆਪਦੇ ਦੇਸ਼ ਦੀ ਗੱਲ ਕਰਦੇ। ਤੁਸੀਂ ਇਹ ਦੇਖੋ ਵੀ ਇੱਕ ਨੋਟਬੰਦੀ ਲਾਗੂ ਕੀਤੀ ਸੀ। ਹਾਂਜੀ, ਨੋਟਬੰਦੀ ਲਾਗੂ ਕਰਕੇ ਉਹਨਾਂ ਨੇ ਕਿਹਾ ਸਾਰੇ ਨੋਟ ਪੁਰਾਣੇ ਜਮ੍ਹਾਂ ਕਰਾ ਦਿਓ, ਤੁਹਾਨੂੰ ਨਵੇਂ ਮਿਲਣਗੇ। ਨਵੇਂ 2-3 ਮਹੀਨੇ ਨਹੀਂ ਮਿਲੇ ਸੀ। ਉਹਨਾਂ 2-3 ਮਹੀਨਿਆਂ 'ਚ ਲੋਕਾਂ ਦਾ ਹਾਲ ਕੀ ਹੋ ਗਿਆ ਸੀ। ਪ੍ਰਧਾਨ ਮੰਤਰੀ ਸਾਹਿਬ ਨੇ ਕਹਿਤਾ ਸੀ ਡਿਜੀਟਲ ਲੈਣ ਦੇਣ ਕਰ ਲਓ।
ਉਦੋਂ ਉਹ ਡਿਜੀਟਲ ਲੈਣ ਦੇਣ ਕੌਣ ਕਰੂਗਾ? ਜਿਹਨੂੰ ਮੋਬਾਈਲ ਚਲਾਉਣਾ ਨਹੀਂ ਆਉਂਦਾ ਵਿਚਾਰਾ ਕੀ ਕਰੂਗਾ? ਠੱਗ ਲੈ ਜਾਂਦੇ ਜੀ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ 'ਚ ਤਾਂ ਵੱਡੇ ਵੱਡਿਆਂ ਨੂੰ ਠੱਗੀ ਜਾਂਦੇ ਨੇ, ਤੇ ਇੱਥੇ ਡਿਜੀਟਲ ਦੇ ਉੱਤੇ ਰਾਣੀ ਪ੍ਰਨੀਤ ਕੌਰ ਨੂੰ ਲੈ ਕੇ ਠੱਗ ਕੇ ਤੁਹਾਡੇ ਮੇਰੇ ਵਰਗੇ ਦਾ ਕੀ ਵੱਟਾ? ਮੈਂ ਕਹਿੰਦਾ ਜਿਹੜਾ ਰੇੜੀ ਲਾਉਣ ਵਾਲਾ ਬੰਦਾ ਹੈ, ਜਿਹੜਾ ਚਾਹ ਦੀ ਦੁਕਾਨ ਵਾਲਾ ਬੰਦਾ ਹੈ, ਜਿਹੜਾ ਕੋਈ ਪਾਨਵਾੜੀ ਹੈ, ਉਹ ਬੰਦਾ ਕਿੱਥੋਂ ਲਿਆਓ ਜਿਹੜਾ ਹੈਗਾ ਲੈ ਕੇ? ਉਹ ਤਾਂ ਜਿਹੜਾ ਜਾ ਕੇ ਆਉਂਦਾ ਸ਼ਾਮ ਨੂੰ ਅਗਲੇ ਨੂੰ ਫੜਾ ਦਿੰਦਾ ਵੀ ਆ ਲਓ ਜੀ ਬੱਟ। 2% ਉੱਤੇ ਹੋਰ ਖਰਚਾ ਪੈਂਦਾ ਢਿੱਲੋਂ ਸਾਹਿਬ। ਹਾਂਜੀ ਹਾਂਜੀ ਹਾਂਜੀ। ਇੱਕ ਤਾਂ ਨਗਦ ਲੈ ਲੈ, ਨਗਦ ਰਹਿਣ ਲੈ ਲਿਆ, 2% ਚਲਾ ਹੋ ਗਿਆ, ਇੱਕ ਉਹਦੇ ਉੱਤੇ 2% ਇੱਕੂ ਟੈਕਸ ਪੈ ਜਾਂਦਾ। ਬਿਲਕੁਲ ਬਿਲਕੁਲ। ਜਾਂ ਤਾਂ ਸਰਕਾਰ ਕਵੇ ਵੀ ਮੁਫਤ ਚੱਕੋ, ਵੀ ਰਿਬੇਟ ਲਓ, ਜਿਵੇਂ ਪਹਿਲਾਂ ਕਾਰਡ ਦੇ ਉੱਤੇ ਪੈਟਰੋਲ ਪੰਪ ਤੋਂ ਡੀਜ਼ਲ ਪੈਟਰੋਲ ਪਾਉਂਦੇ। ਬਿਲਕੁਲ ਠੀਕ ਹੈ ਜੀ। ਜੇ 1 ਰੁਪਏ ਲਗਭਗ ਲੀਟਰ ਦਾ ਬਚਤ ਹੁੰਦੀ ਸੀ, ਹਾਂ, ਤੇ ਹੁਣ ਪੁੱਠਾ ਸਮਝ ਲਓ ਵੀ ਖਰਚੇ ਪੈਣ ਲੱਗ ਪਏ। ਆਹ ਚੀਜ਼ ਹੈ ਨਾ ਜੀ। ਇਹ ਹੁਣ ਜਿਹੜੀ ਬਾਦਲ ਸਾਹਿਬ ਦੀ ਗੱਲ ਕਹੀ ਵੀ ਹੈ, ਕੋ ਇਹਦੇ 'ਚ ਇਹ ਵੀ ਹੈ ਕਿ ਬਾਦਲ ਸਾਹਿਬ ਪੋਲੀਟੀਕਲ ਤਾਂ ਹੈਗੇ ਨਾ। ਜਿਹੜਾ ਉਹਨਾਂ ਦਾ ਬਿਆਨ ਹੈ, ਇਹ ਬਿਆਨ ਜਿਹੜਾ ਹੈਗਾ ਬਾਦਲ ਪਿੰਡ ਤੋਂ ਜਾਂ ਕਿੱਲੇ ਵਾਲੀ ਮੰਡੀ ਤੋਂ ਨਹੀਂ ਜਾਰੀ ਹੋਇਆ, ਇਹ ਚੰਡੀਗੜ੍ਹ ਤੋਂ ਜਾਰੀ ਹੋਇਆ। ਚੰਡੀਗੜ੍ਹ ਤੋਂ ਜਿਹੜਾ ਜਾਰੀ ਹੋਇਆ, ਇਹ ਬੜਾ ਮਤਲਬ ਸੋਚ ਵਿਚਾਰ ਕੇ ਬਿਆਨ ਵੱਡੇ ਬਾਦਲ ਵੱਲੋਂ ਦਵਾਇਆ ਗਿਆ। ਸੀਨੀਅਰ ਜਿਹੜਾ ਜੂਨੀਅਰ ਬਾਦਲ ਨੇ ਨਹੀਂ ਦਿੱਤਾ, ਸੀਨੀਅਰ ਬਾਦਲ ਨੇ ਦਿੱਤਾ ਜੀ। ਉਹਦਾ ਮਤਲਬ ਇਹ ਹੈ ਕਿ ਉਹ ਗੱਲ ਕਿਸੇ ਨੂੰ ਹੋਰ ਕਹਿੰਦੇ ਆ, ਗੱਲ ਲੋਕਾਂ ਨੂੰ ਕਹਿੰਦੇ ਤੇ ਸੱਟ ਮਾਰਦੇ ਆ ਦਿੱਲੀ ਵਾਲਿਆਂ ਤੇ। ਜੀ ਕਿ ਭਾਈ ਤੁਸੀਂ ਇਹ ਸਾਰਾ ਕੁਝ ਕਰੀ ਤਾਂ ਜਾਂਦੇ ਹੋ, ਜੇ ਆਮ ਲੋਕਾਂ ਦਾ ਕੁਝ ਨਾ ਕੀਤਾ ਤਾਂ ਬੇੜਾ ਡੁੱਬੂਗਾ। ਤੇ ਕੱਲ ਨੂੰ ਜਦੋਂ ਬੇੜਾ ਡੁੱਬਣ ਵਾਲੀ ਗੱਲ ਆਉਣੀ, ਲੋਕਾਂ ਨੂੰ ਕਰਨਾ ਪੈਣਾ। ਤੇ ਬਾਅਦ ਵਿੱਚ ਭਾਈ ਫਿਰ ਆਪਾਂ ਤਾਂ ਕਿਹਾ ਸੀ, ਜਿਵੇਂ ਕਹਿੰਦੇ ਨੇ ਸਿਆਣੇ ਦੇ ਕਹੇ ਦਾ ਤੇ ਔਲੇ ਦੇ ਖਾਦੇ ਦਾ ਸਵਾਦ ਮਗਰੋਂ ਆਉਂਦਾ। ਫਿਰ ਉਹ ਸਵਾਦ ਜਦੋਂ ਆਊਗਾ ਉਦੋਂ ਦੱਸਣਗੇ ਕਿ ਮੈਂ ਤਾਂ ਇਹ ਗੱਲ ਕਹੀ ਸੀ। ਉਹਦਾ ਇੱਕ ਪੋਲੀਟੀਕਲ ਵੀ ਜਿਹੜਾ ਹੈਗਾ ਮੈਸੇਜ ਹੈ ਜੀ।